सतनाम श्री वाहिगुरु जी। माली गौड़ा बाणी भगत नामदेव जी की। एक ओंकार सतगुर प्रसाद। धन धन ओ राम बेन बाजै, मधुर मधुर धुन अनहद गाजै। रहाओ धन धन मेघा रोमावली, धन धन कृष्ण ओढै कांबली। धन धन तू माता देवकी, जे गृह रमैया कमलापति। धन धन बनखंड बिंद्रावन, जहाँ खिलै श्री नारायण। बेन बजावै गोधन चरै, नामे का स्वामी आनंद करै। बेन बजावै गोधन चरै, नामे का स्वामी आनंद करै। धन धन तू माता देवकी, जे गृह रमैया कबलापति। वाहिगुरु जी का खालसा, वाहिगुरु जी की फतेह। साहिब कमाल गुरु गोबिंद सिंह साहिब महाराज पंथवाली जी कलगीधर पातशाह महाराज जी की मुखारबिंद बाणी, दसम बाणी जी, जिन्हों दे आपां पाठ बुद्ध रूप संथ्या पाठ कर रहे हाँ। सो अपना जो पाठ छड्या सी, इत कृष्ण जन्म वर्णन। कृष्ण जी का जन्म हो गया, इहदे विच जो पिछे आया माता देवकी का विआह होया। वासुदेव जी जे नाल बड़ियां खुशियां मनाइया गईयां दोवां परिवारां विच। फिर उसे समय कोई ऐसा बाणा होया, आकाशबाणी हुई है, जिस कंस नूं कहा गया भी इस तेरी भैन दे पेटों तैनों इहदा 8वां गर्भ जे होएगा, तैनूं जन्म तो मार देवेगा, खत्म कर देवेगा। जो कि कृष्ण जी वाल ये इशारा सी। सो उस कंस ने अपनी भैन देवकी उहदे स्वामी पति वासुदेव जी नूं, भाव कृष्ण दे माता पिता जी नूं, जो बनने वाले माता पिता जी सन, उन्होंने कैद विच रखा। सो कैद विच जिन्ने बच्चे जन्म लेंदे सन, उन्होंने कंस मार ही दिंदा सी अक्सर। सो माता देवकी की जो बेनती सी वही आपने पिछे दर्शन किए, सरवण की, जो प्रभु अगे बेनती की, महाराज कृपालता करो, रहमत करो, तुहाडा वड्डा भाणा असीं सह नहीं सकते। प्रभु तेरी हासी हमें गासी सी लगता है। या पिछे बाणी सरवण की, संथ्या की। हुण अगे जो 261 अंग तो संथ्या आरंभ होने लगी। आओ सारे आपां
ਸੱਚੇ ਪਾਤਸ਼ਾਹ ਮਹਾਰਾਜ ਦੀ ਇਸ ਮਹਾਨ ਅੰਮ੍ਰਿਤ ਬਾਣੀ ਨਾਲ ਜੁੜਨਾ ਕਰੀਏ। ਜੋ ਕ੍ਰਿਸ਼ਨ ਅਵਤਾਰ ਚੱਲ ਰਿਹਾ ਹੈ, 24 ਅਵਤਾਰਾਂ ਦੇ ਵਿੱਚੋਂ ਇਹ 22ਵੇਂ ਨੰਬਰ 'ਤੇ ਹੈ। ਇਹ ਕਿੰਨਾ ਸੀ? 22ਵਾਂ 21ਵਾਂ? ਹਾਂ। ਤਾਂ ਆਓ ਅੱਗੇ ਆਪਾਂ ਗੁਰੂ ਕਿਰਪਾ ਸਦਕਾ ਬਾਣੀ ਨਾਲ ਜੁੜਨਾ ਕਰੀਏ। ਇਹ ਸੀ ਮੇਰਾ ਖਿਆਲ 21ਵਾਂ ਅਵਤਾਰ ਹੈ। 20ਵਾਂ ਪਿੱਛੇ ਰਾਮ ਅਵਤਾਰ ਸੀ, ਸਮਾਪਤ ਹੋ ਗਿਆ। 21ਵਾਂ ਚੱਲਦਾ ਅਵਤਾਰ ਕ੍ਰਿਸ਼ਨ ਅਵਤਾਰ। 254 ਅੰਗ ਤੋਂ ਆਰੰਭਤਾ ਹੋਈ ਸੀ। ਆਪਣਾ ਪਾਠ 261 ਅੰਗ ਤੱਕ ਆ ਗਿਆ ਸੀ। ਆਪਾਂ 261 ਤੋਂ ਅੱਗੇ ਸ਼ੁਰੂ ਕਰਨਾ। ਕ੍ਰਿਸ਼ਨ ਜੀ ਦਾ ਅਵਤਾਰ ਹੋ ਗਿਆ ਇਸ ਪਿਛਲੇ ਪਾਠ ਵਿੱਚ। ਆਓ ਅੱਗੇ ਦਰਸ਼ਨਦਾਰੇ ਕਰੀਏ। ਗੁਰੂ ਪਾਤਸ਼ਾਹ ਰਹਿਮਤ ਕਰਨ, ਸਾਨੂੰ ਸੋਝੀ ਬਖਸ਼ਣ, ਜੋ ਸਾਨੂੰ ਇਸ ਬਾਣੀ ਦਾ ਬੋਧ ਹੋ ਜਾਵੇ। ਵਿਵੇਕ ਬੁੱਧੀ ਸੱਚੇ ਪਾਤਸ਼ਾਹ ਵੀ ਬਖਸ਼ਿਸ਼ ਕਰਨ, ਸ਼ਰਧਾ ਭਾਵਨਾ ਬਖਸ਼ਿਸ਼ ਕਰਨ। ਆਓ ਜੀ ਪਾਠ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਮੰਤਰ ਵਿਚਾਰ ਕਰਿਓ ਦੋਹ ਮਿਲ, ਮਾਰ ਡਰੈ ਇਹ ਕੋ ਮਤ ਰਾਜਾ। ਨੰਦਹ ਕੇ ਘਰ ਆਏ ਹਉ ਡਾਰ ਕੈ, ਠਾਠ ਇਹੀ ਮਨ ਮੈਂ ਤਿਨ ਸਾਜਾ। ਕਾਨ ਕਹਿਓ ਮਨ ਮੈਂ ਨਾ ਡਰੋ ਤੁਮ, ਜਾਹੁ ਨਿਸੰਕ ਬਜਾਵਤ ਬਾਜਾ। ਮਾਇਆ ਕੀ ਖੈਂਚ ਕਨਾਤ ਲਈ, ਧਰ ਬਾਲਕ ਸੌਰਭ ਆਪ ਬਿਰਾਜਾ। ਜਰਾ ਕਿ ਸਮਝ ਪੈ ਜਾਵੇਗੀ ਦਰਸ਼ਨ ਦੇਵ ਜੀ ਨਾਲ ਨਾਲ ਫਿਰ ਕਰੀ ਜਾਣੇ ਆਪਾਂ। ਕੁਛ ਬੇਨਤੀ ਵਿਚਾਰ ਆ ਵੀ ਪਹਿਲੇ ਸਵਈਏ ਦੀ ਵਿਚਾਰ, ਜੇ ਵਿਸਰਾਮ ਤੇ ਆਪਾਂ ਸੁਣੀ ਲੈਣੇ। ਮੰਤਰ ਵਿਚਾਰ ਕਰਿਓ ਦੋਹੋਂ ਮੈਲ, ਮਿਲਤੇ ਵਿਸਰਾਮ। ਅਗਲਾ ਹੈ ਨੰਦ ਹੈ ਕਿ ਘਰ ਆਏ ਹੁਣ ਡਾਰਕ ਹੈ। ਇੱਥੇ ਡਾਰਕ ਹੈ ਤੇ ਵਿਸਰਾਮ। ਫਿਰ ਕਾਨ ਕਹੋ ਮਨ ਮੈਂ ਨਾ ਡਰੋ ਤੁਮ, ਤੁਮ ਤੇ ਵਿਸਰਾਮ। ਅਗਲੀ ਪੰਕਤੀ ਮਾਇਆ ਕੀ ਖੈਂਚ ਕਨਾਤ ਲਈ, ਇਹ ਵਿਸਰਾਮ ਨੇ। ਸੋ ਇਹਦਾ ਮੰਤਰ ਵਿਚਾਰ ਜੋ ਇਹ ਲਫ਼ਜ਼ ਆਇਆ ਹੈ, ਮੰਤਰ ਦਾ ਕੋਈ ਮੰਤਰੀ ਤੋਂ ਭਾਵ ਨਹੀਂ, ਨਾ ਮੰਤਰ ਤੋਂ ਜੰਤਰ ਤੋਂ ਹੈ। ਇਹਦਾ ਭਾਵ ਹੈ ਵੀ ਸਲਾਹ ਮਸ਼ਵਰਾ ਕੀਤਾ। ਜਦੋਂ ਕ੍ਰਿਸ਼ਨ ਜੀ ਦਾ ਜਨਮ ਹੋ ਗਿਆ, ਉਦੋਂ ਮਾਤਾ ਦੇਵਕੀ ਤੇ ਵਾਸੁਦੇਵ ਜੀ ਨੇ ਸਲਾਹ ਮਸ਼ਵਰਾ ਕੀਤਾ, ਵਿਚਾਰ ਕੇ ਦੋਵਾਂ ਨੇ ਮਿਲ ਕੇ ਕਿਹਾ ਕਿਤੇ ਰਾਜਾ ਕੰਸ ਇਸ ਨੂੰ ਵੀ ਨਾ ਮਾਰ ਦੇਵੇ, ਬਾਲਕ ਨੂੰ ਨੰਦ ਦੇ ਘਰ ਛੱਡ ਆਈਏ। ਇਹ ਗੱਲ ਉਹਨਾਂ ਦੋਵਾਂ ਦੇ ਦਿਲ ਵਿੱਚ ਜਦੋਂ ਐਸੀ ਆਈ ਕਿ ਕ੍ਰਿਸ਼ਨ ਨੇ, ਉਦੋਂ ਬਾਲਕ ਬੋਲ ਪਿਆ। ਫਿਰ ਕ੍ਰਿਸ਼ਨ ਜੀ ਬੋਲ ਪਏ ਨੇ। ਕੁਝ ਕੁ ਸਮੇਂ ਦੇ ਬਾਲਕ ਜਨਮ ਨੇ ਲਿਆ, ਹਲੇ ਕੁਛ ਘੜੀਆਂ ਦੇ ਨੇ। ਤੇ ਜਦੋਂ ਉਹਨਾਂ ਨੇ ਰਾਇ ਹੀ ਲਾਈ ਸੀ, ਹਲੇ ਮਸ਼ਵਰਾ ਕੀਤਾ ਵੀ ਇਹਨੂੰ ਆਨੰਦ ਦੇ ਘਰ ਛੱਡਾਈਏ, ਤਾਂ ਕ੍ਰਿਸ਼ਨ ਜੀ ਉਦੋਂ ਬੋਲ ਪਏ ਨੇ ਕਿ ਤੁਸੀਂ ਡਰੋ ਨਹੀਂ, ਬੇਸ਼ੱਕ ਬਾਜੇ ਵਜਾਉਂਦੇ ਜਾਓ, ਕੋਈ ਚਿੰਤਾ ਨਾ ਕਰੋ। ਤੋ ਮਾਇਆ ਦਾ ਜਾਲ ਪਾ ਦਿੱਤਾ ਉਹਨਾਂ ਦੇ, ਜਿਹੜੇ ਉੱਥੇ ਕਾਰਾਗ੍ਰਹਿ ਜੇਲ੍ਹ ਦੇ ਆਲੇ ਦੁਆਲੇ ਜਿਹੜੇ ਰਖਵਾਰੇ ਖਿਲਾਰੇ ਸਨ, ਉਹ ਸਾਰੇ ਸੌਂ ਗਏ ਨੇ। ਸੋ ਇਹ ਗੱਲ ਕਹਿ ਕੇ ਉਹਨਾਂ ਨੂੰ ਬਾਲਕ ਰੂਪ ਹੋ ਕੇ ਫਿਰ ਦਿਸਣ ਲੱਗ ਪਏ, ਫਿਰ ਬਾਲਕ ਦਿਸਣ ਲੱਗ ਪਏ। ਪਹਿਲਾਂ ਆਵਾਜ਼ ਇਹ ਦੇਤੀ ਆਪਣੇ ਮੁਖ ਤੋਂ। ਇਹ ਐਸੀ ਗੱਲ ਸੀ। ਇਹ ਨਾਲ ਨਾਲ ਫਿਰ ਆਪਾਂ ਸਮਝੀ ਚੱਲਿਓ। ਹਾਂਜੀ ਚਲੋ ਅੱਗੇ। ਦੋਹਰਾ ਕ੍ਰਿਸ਼ਨ ਜਬੈ ਤਿਨ ਗ੍ਰਹਿ ਭਇਓ, ਵਾਸੁਦੇਵ ਇਹ ਕੀਨ। 10,000 ਗਾਈ ਭਲੀ, ਮਨੈ ਮਨਸ ਕਰ ਦੀਨ। ਜਿਵੇਂ ਪਾਠ ਹੋਇਆ 10,000 ਗਾਈ ਭਲੀ, ਪਾਠੀ ਸਿੰਘ ਨੇ ਜਿਵੇਂ ਪਾਠ ਕੀਤਾ, ਗਾਈ ਪਾਠ ਕਰ ਦਈਏ। ਗਾਈ ਤਾਂ ਫਿਰ ਕੋਲ ਬਣਨੀ ਨਹੀਂ ਕੋਈ। ਉਹਨੇ 10,000 ਗਊਆਂ ਮਨ ਵਿੱਚ ਸੁੱਖ ਲਈ
ਵੀ ਮੈਂ ਭਲੀ ਪ੍ਰਕਾਰ ਇਸ ਬੱਚੇ ਨੂੰ ਛੱਡਿਆ ਵਾਂ, ਇਹਦੀ ਪ੍ਰਫੁੱਲਤਾ ਹੋਵੇ। ਇਹ ਸਾਡੇ ਭਾਰਤ ਵਰਸ਼ ਦੀ ਇੱਕ ਰੀਤੀ ਆ। ਭਲਾ ਕਾਰਜ ਕਰਨਾ, ਮਨ ਵਿੱਚ ਸ਼ੁਭ ਜਿਹੜਾ ਫੁਰਨਾ ਧਾਰਨ ਕਰ ਲੈਣਾ, ਸੁੱਖ ਲੈਣਾ ਕੁਛ, ਵੀ ਮਹਾਰਾਜ ਕਿਰਪਾਲਤਾ ਕਰੋ। ਉਸ ਕਰਕੇ ਉਸ ਪਰੰਪਰਾ ਨੂੰ ਉਹ ਚੱਲੀ ਆ ਰਹੀ ਸੀ ਭਾਰਤ ਵਰਸ਼ ਦੀ। ਉਹਨੇ ਇਹ ਆਪਣੇ ਮਨ ਵਿੱਚ 10,000 ਗਾਈ ਦੀ ਸੁੱਖ ਲਈ ਮੈਂ ਦਾਨ ਕਰਾਂਗਾ। ਹਾਂ ਚਲੋ ਜੀ। ਸਵਈਆ ਛੂਟ ਕੇ ਵਾਰ ਗਏ ਘਰ ਕੇ ਦਰ ਕੇ ਨਿਪ ਕੇ ਬਰ ਕੇ ਚਲਤੇ ਹਰਖੇ ਸਰਖੇ ਬਸਦੇ ਵਹਿ ਕੇ ਪਗ ਜਾਏ ਛੁ ਜਮਨਾ ਜਲਤੇ ਹਰ ਦੇਖਨ ਕਉ ਹਰ ਔ ਬੜ ਕੇ ਹਰ ਦੌਰ ਗਏ ਤਨ ਕੇ ਬਲ ਤੇ ਕਾਜ ਇਹੀ ਕਹਿ ਦੂ ਗਏ ਜੋ ਖਿਜੇ ਬਹੁ ਪਾਪਨ ਕੀ ਮਲ ਤੇ ਦੋਹਰਾ ਕ੍ਰਿਸ਼ਨ ਜਬੈ ਚੜਤੀ ਕਰੀ ਫੇਰਿਓ ਮਾਇਆ ਜਾਲ ਅਸੁਰ ਜਿਤੇ ਚੌਕੀ ਹੁਤੇ ਸੋਏ ਗਏ ਤਤਕਾਲ ਸਵਈਆ ਕੰਸਹਿ ਕੇ ਡਰ ਤੇ ਬਸਦੇਵ ਸੋ ਪਾਏ ਜਬੈ ਜਮਨਾ ਮਦ ਠਾਨੋ ਮਾਨਕ ਪ੍ਰੀਤ ਪੁਰਾਤਨ ਕਉ ਜਲ ਪਾਏ ਨ ਭੇਟਨ ਕਾਜ ਉਠਾਨੋ। ਕਉ ਆ ਕਿ ਕੋ ਆ? ਮਾਨ ਕੈ ਪ੍ਰੀਤ ਪੁਰਾਤਨ ਕੋ ਪਾਠ ਕਰੋ। ਮਾਨ ਕੈ ਪ੍ਰੀਤ ਪੁਰਾਤਨ ਕੋ ਜਲ ਪਾਏ ਨ ਭੇਟਨ ਕਾਜ ਉਠਾਨੋ ਤਾਂ ਸ਼ਬ ਕੋ ਜਸ ਊਚ ਮਹਾ ਕਬ ਨੇ ਆਪਣੇ ਮਨ ਮੈਂ ਪਹਿਚਾਨੋ। ਕਾਨ ਕੋ ਜਾਨ ਕਦੋ ਪਤ ਹੈ ਇਹ ਕਹਿ ਜਮਨਾ ਤਿਹ ਭੇਟਤ ਮਾਨੋ। ਦੋਹਰਾ ਜਬੈ ਜਸੋਦਾ ਸੋਏ ਗਈ ਮਾਇਆ ਕੀਓ ਪ੍ਰਕਾਸ਼ ਡਾਰ ਕਿਸਨ ਤਿਹ ਪੈ ਸੁਤਾ ਲੀਨੀ ਹੈ ਕਰਤਾਸ। ਡਾਰ ਕਿਸਨ ਤਿਹ ਪੈ, ਇੱਥੇ ਵਿਸਰਾਮ ਤਿਹ ਪੈ, ਮਾਤਾ ਜਸੋਦਾ ਦੇ ਨਾਲ ਕ੍ਰਿਸ਼ਨ ਜੀ ਨੂੰ ਪਾ ਦਿੱਤਾ ਤਿਹ ਪੈ। ਠੀਕ ਹੈ। ਸੁਤਾ ਲੀਨੀ ਹੈ ਕਰਤਾਸ, ਉਹਦੀ ਲੜਕੀ ਜਿਹੜੀ ਸੀ ਮਾਤਾ ਜਸੋਦਾ ਦੀ ਲੜਕੀ ਸੀ ਨਾ, ਉਦੋਂ ਹੀ ਜਨਮ ਉਹਨੇ ਲਿਆ ਸੀ, ਉਹ ਵਾਸੁਦੇਵ ਜੀ ਨੇ ਚੁੱਕ ਲਈ। ਤਾਂ ਕਰਕੇ ਇੱਥੇ ਇਹਦਾ ਵਿਸਰਾਮ ਨਾ ਅਰਥ ਮੁਤਾਬਕ ਇਹ ਲੱਗਣਾ, ਡਾਰ ਕਿਸਨ ਤਿਹ ਪੈ ਸੁਤਾ ਲੀਨੀ ਹੈ ਕਰਤਾਸ। ਉਹ ਲੜਕੀ ਨੂੰ ਉਠਾ ਲਿਆ ਮਾਤਾ ਜਸੋਦਾ ਦੀ ਗੋਦ ਵਿੱਚੋਂ, ਤੇ ਮਾਤਾ ਜਸੋਦਾ ਉਦੋਂ ਜਦੋਂ ਵਾਸੁਦੇਵ ਜੀ ਪਹੁੰਚੇ ਸੌਂ ਗਈ ਸੀ, ਸੁੱਤੀ ਪਈ ਸੀ। ਉਹਨੇ ਬੱਚੇ ਵਟਾ ਲਏ, ਭਾਵ ਸੁੱਤੀ ਪਿਆ ਪਿਆ ਹੀ ਕ੍ਰਿਸ਼ਨ ਜੀ ਨੂੰ ਉਹਦੇ ਨਾਲ ਪਾ ਦਿੱਤਾ, ਤੇ ਉਹ ਸੁਤਾ ਲੜਕੀ ਜਿਹੜੀ ਸੀ ਲੀਨੀ ਹੈ ਕਰਤਾਸ ਉਹ ਆਪ ਲੈ ਆਏ ਨੇ। ਉਹ ਫਿਰ ਆਣ ਕੇ ਇੱਥੇ ਮਾਤਾ ਦੇਵਕੀ ਨਾਲ ਪਾ ਦੇਣੀ, ਤੇ ਉਹ ਸਾਰੇ ਸੁੱਤੇ, ਜਿਹੜਾ ਮੰਤਰੀ ਮੰਡਲ ਉਹ ਸੁੱਤੇ ਪਏ ਨੇ, ਕੋਈ ਪਤਾ ਨਹੀਂ ਲੱਗਾ ਇਹ ਜੋ ਕਾਰਵਾਈ ਹੋ ਰਹੀ ਹੈ। ਹਾਂਜੀ। ਡਾਰ ਕਿਸਨ ਤਿਹ ਪੈ ਸੁਤਾ ਲੀਨੀ ਹੈ ਕਰਤਾਸ ਸਵਈਆ ਮਾਇਆ ਕੋ ਲੈ ਕਰ ਮੈਂ ਬਸਦੇਵ ਸੋ ਸੀਗਰ ਚਲਿਓ ਆਪਣੇ ਗ੍ਰਹਿ ਮਾਹੀ ਸੋਏ ਗਏ ਪਰ ਦੁਆਰ ਸਭੈ ਘਰ ਬਾਹਰ ਭੀਤਰ ਕੀ ਸੁਧ ਨਾਹੀ। ਦੇਵ ਕੀ ਤੀਰ ਗਇਓ ਜਬ ਹੀ ਸਭ ਤੇ ਮਿਲ ਗਏ ਪਟਿਆ ਪਸਮਾਹੀ ਬਾਲ ਉਠੀ ਜਬ ਰੋਦਨ ਕੈ ਜਗ ਕੈ ਸੁਧ ਜਾਏ ਕਰੀ ਨਰ ਨਾਹੀ। ਇਹ ਜਾਗ ਕੈ ਥੋੜਾ ਪੋਲਾ ਕਰਨਾ, ਜਗ ਕੈ ਜਾਗ ਪਏ ਨਾ ਉਹ ਸਾਰੇ। ਜਦੋਂ ਕ੍ਰਿਸ਼ਨ ਜੀ ਨੂੰ ਤਾਂ ਛੱਡਿਆ ਤੇ ਉਹ ਲੜਕੀ ਜਿਹੜੀ ਬੱਚੀ ਸੀ ਉਹ ਮਾਤਾ ਦੇਵਕੀ ਦੇ ਕੋਲ ਜਦੋਂ ਆ ਗਈ, ਪੜਾਤੀ ਉਹਨੂੰ ਗੋਦ ਵਿੱਚ ਲਈ, ਤੇ ਉਹ ਉਦੋਂ ਰੋਦਨ ਕਰਨ ਲੱਗੀ, ਰੋਈ ਭਾਵ ਬੱਚੀ। ਜਦੋਂ ਬੱਚੇ ਦੀ ਰੋਣ ਦੀ ਆਵਾਜ਼ ਸੁਣੀ ਤੇ ਜਿਹੜੇ ਪਹਿਰੇਦਾਰ ਸਨ ਜੇਲ੍ਹ ਦੇ ਬਾਹਰ, ਬਾਲ ਉੱਠੀ ਜਬ ਰੋਦਨ ਕੈ, ਰੋਈ ਨਾ ਲੜਕੀ ਜਦੋਂ, ਜਗ ਕੈ ਸੁਧ ਪਾਏ ਕਰੀ ਨਰ ਨਾਹੀ। ਜਗ ਕੈ ਉਹ ਜਾਗ ਪਏ, ਜਿਹੜੇ ਸੁੱਤੇ ਸੀ ਨਾ ਮਾਇਆ ਦੀ ਕਨਾਤ ਪਾਤੀ ਸੀ ਉਹਨਾਂ ਤੇ ਸੌਂ ਗਏ ਸੀ, ਜਾਗ ਪਏ ਨੇ, ਸੋਝੀ ਆ ਗਈ ਜਰਾ। ਹਾਂਜੀ। ਬਾਲ ਉਠੀ ਜਬ ਰੋਦਨ ਕੈ ਜਗ ਕੈ ਸੁਧ ਜਾਏ ਕਰੀ ਨਰ ਨਾਹੀ। ਰੋਏ ਉਠੀ ਵਹਿ ਬਾਲ ਜਬੈ ਤਬ ਸੁਨਨ ਮੈਂ ਸੁਨ ਲੀ ਧੁਨ ਹੋਰੈ ਧਾਏ ਗਏ ਨਿਰਪ ਕੰਸਹਿ ਕੇ ਘਰ ਜਾਏ ਕਹਿਓ ਜਨਮਿਓ ਰਿਪ ਤੋਰੈ।
ਲੈ ਕਹਿ ਕਿਰਪਾਨ ਗਇਓ ਤਿਹ ਕੇ ਚੱਲ, ਜਾਏ ਗਹੀ ਕਰ ਤੈ ਕਰ ਜੋਰੈ। ਦੇਖੋ ਬਾਤ ਮਹਾ ਜੜ ਕੀ, ਅਬ ਆਦਿਕ ਕੇ ਬਿਖ ਚਾਵਤ ਭੂਰੈ। ਇਹ ਪਾਠ ਇੱਥੇ ਹੈਗਾ ਚਾਵਤ ਲਿਖਿਆ ਤੁਹਾਡੇ ਕੋਲ। ਇਹ ਪਾਠ ਦੇਖੋ, ਦੇਖੋ ਦੇਖੋ ਬਾਤ ਮਹਾ ਜੜ ਕੀ, ਅਬ ਆਦਿਕ ਕੇ ਬਿਖ ਚਾਵਤ ਭੂਰੈ। ਇਹ ਕਹਿੰਦੇ ਕਵੀ ਜੀ ਕਹਿੰਦੇ ਆਪਣੇ ਵੱਲੋਂ ਸ੍ਰੀ ਪਾਤਸ਼ਾਹ ਦਸ਼ਮੇਸ਼ ਜੀ ਕਿ ਦੇਖੋ ਉਸ ਮਹਾਮੂਰਖ ਦੀ ਇਹ ਗੱਲ, ਉਹਦੀ ਮੱਤ ਵੇਖੋ। ਅਦਰਕ ਦੀ ਗੱਠੀ ਸਮਝ ਕੇ ਮਿੱਠਾ ਤੇਲੀਆ ਹੀ ਜ਼ਹਿਰ ਖਾ ਰਿਹਾ ਹੈ। ਇਹ ਜਿਹੜੀ ਪਾਠ ਬਾਰੇ ਮੈਂ ਖਾਸ ਵਿਚਾਰ ਕਰਨੀ, ਬਿਖ ਚਾਵਤ ਭੋਰ ਹੈ। ਤੇ ਦੂਸਰਾ ਪਾਠ ਦਾ ਬਿਖ ਚਾਖਤ ਭੋਰ ਹੈ। ਚਾਵਤ ਤੇ ਦੂਸਰਾ ਪਾਠ ਹੈ ਚਾਖਤ, ਤੇ ਤੀਸਰਾ ਪਾਠ ਹੈ ਚਾਵਤ ਭੋਰ ਹੈ। ਇਹ ਵੱਖ-ਵੱਖ ਸਰੂਪਾਂ ਵਿੱਚ ਪਾਠ ਮਿਲਦੇ ਨੇ। ਪਹਿਲਾਂ ਜੋ ਇੱਥੇ ਪ੍ਰਿੰਟ ਹੋਇਆ ਸਾਡੇ ਕੋਲ, ਇਹ ਚਾਵਤ ਭੋਰਾ ਹੈ। ਤੇ ਮਹਾਂਪੁਰਸ਼ਾਂ ਨੇ ਜਦੋਂ ਸੰਥਿਆ ਵੇਲੇ ਦੱਸਿਆ ਸੀ ਵੀ ਪਾਠ ਚਾਖਤ ਵੀ ਆਉਂਦਾ ਤੇ ਪਾਠ ਚਾਪਤ ਭੋਰਾ ਵੀ ਆਉਂਦਾ। ਅਰਥ ਸਾਰਿਆਂ ਦੇ ਸੇਮ ਹੀ ਨੇ। ਇਹ ਨੋਟ ਕਰ ਲਓ ਭਾਵੇਂ। ਇਹ ਵੱਖ-ਵੱਖ ਸਰੂਪਾਂ 'ਚ ਕਿਤੇ ਹੱਥ ਲਿਖ ਜਾਂ ਲਾਹੌਰ ਵਾਲਾ ਛਾਪਾ, ਇਸ ਪ੍ਰਕਾਰ ਪਾਠ ਆਉਂਦੇ ਨੇ ਪੋਥੀਆਂ 'ਚ ਵਿੱਚ। ਹਾਂਜੀ ਚਲੋ ਜੀ। ਦੇਖੋ ਬਾਤ ਮਹਾ ਜੜ ਕੀ, ਅਬ ਆਦਿਕ ਕੇ ਬਿਖ ਚਾਵਤ ਭੂਰੈ। ਲਾਏ ਰਹੀ ਔਰ ਸੋ ਤਿਹ ਕੋ, ਮੁਖ ਤੇ ਕਹਿਓ ਬਾਤ ਸੁਨੋ ਮਤ ਵਾਰੇ। ਪੁੱਤਰ ਹਨੇ ਮਮ ਪਾਵਕ ਸੇ, ਛਠ ਹੀ ਤੁਮ ਪਾਥਰ ਪੈ ਹਨ ਡਾਰੇ। ਸ਼ੀਨ ਕੈ ਕੰਸ ਕਹਿਓ ਮੁਖ ਤੇ, ਇਹ ਭੀ ਪਟਕੋ ਇਹ ਕਹਿ ਅਬ ਨਾਰੇ। ਦਾਮਨ ਹੋਇ ਲਹਿ ਕੀਮ ਨਭ ਮੈਂ, ਜਬ ਰਾਖ ਲਈ ਵਹਿ ਰਾਖਨ ਹਾਰੇ। ਕਬਿਤ ਕਹਿ ਕਹਿ ਕਰੂਦ ਮਨ, ਕਰ ਬਿਓਤ ਵਾ ਕੇ ਮਾਰ ਬੇਗੀ। ਚਾਕਰਨ ਕਹਿਓ ਮਾਰ ਡਾਰੋ ਨਿਪ ਬਾਤ ਹੈ। ਕਰ ਮੋਹ ਉਠਾਏ ਕੈ ਬਨਾਏ ਭਾਰੇ ਪਾਥਰ ਪੈ। ਰਾਜ ਕਾਜ ਰਾਖ ਬੇਕੋ ਕਛੂ ਨਹੀਂ ਪਾਤ ਹੈ। ਆਪਨ ਸੋ ਬਾਲ ਕਰ ਰਾਖੈ ਇਹ ਭਲੀ ਭਾਂਤ। ਸਵੰਦ ਛੰਦ ਬੰਦ ਕਹਿ ਕੈ ਛੂਟ ਇਹ ਜਾਤ ਹੈ। ਮਾਇਆ ਕੋ ਬੜਾਏ ਕੈ ਸੋ ਸਭਨ ਸੁਨਾਏ ਕੈ। ਸੋ ਐਸੇ ਉਡੀ ਬਾਰਾ ਜੈਸੇ ਪਾਰਾ ਉੱਡ ਜਾਤ ਹੈ। ਐਸੇ ਉੱਡੀ, ਉੱਡੀ ਕਸ ਕੇ, ਐਸੇ ਉੱਡੀ ਬਾਰਾ ਜੈਸੇ ਪਾਰਾ ਉੱਡ ਜਾਤ ਹੈ। ਇੱਥੇ ਇਹ ਬੇਨਤੀ ਕਰ ਦਈਏ, ਅਗਲੀ ਪੰਕਤੀ 'ਚ ਵੀ ਆਏਗਾ, ਅਗਲੇ ਸਵੀਜੇ 'ਚ ਵੀ ਇਹ ਨਾਲ ਸੰਬੰਧਿਤ ਆ। ਉਹ ਜਦੋਂ ਲੜਕੀ ਬੇਟੀ ਕਹਿੰਦੇ ਭਾਈ ਜਨਮ ਲਿਆ, ਲੈ ਜੋ ਨੌਕਰਾਂ ਨੂੰ ਕਿਹਾ। ਨੌਕਰਾਂ ਨੇ ਜਾ ਕੇ ਫਿਰ ਕੰਸ ਨੂੰ ਦੱਸਿਆ। ਕੰਸ ਨੇ ਕਿਹਾ ਲਿਆਓ ਇਸ ਨੂੰ ਫੜੋ ਮਾਰੋ। ਉਹਨੂੰ ਫਿਰ ਜਦੋਂ ਫੜ ਕੇ ਲੱਤਾਂ ਵੱਲੋਂ, ਨਿੱਕਾ ਬੱਚਾ ਨਾ, ਫੜ ਕੇ ਪੱਥਰ 'ਤੇ ਘੁਮਾ ਕੇ ਮਾਰਿਆ ਉਹਨੂੰ। ਤੇ ਉਹ ਘੁਮਾ ਕੇ ਮਾਰਨ ਦੀ ਡੇਰੀ ਸੀ, ਉਹ ਫਿਰ ਵੇਖ ਲਓ ਵੀ ਹੱਥ 'ਚੋਂ ਉੱਡ ਗਈ, ਛੁੱਟ ਗਈ। ਕਿਵੇਂ ਛੁੱਟ ਗਈ ਆ? ਜਿਵੇਂ ਪਾਰਾ ਹੱਥ ਆਉਂਦਾ ਹੀ ਨਹੀਂ ਆਉਂਦਾ। ਉਹਦੀ ਮਾਇਆ ਦਾ ਬਲ ਵਧਾ ਕੇ ਅਤੇ ਸਾਰਿਆਂ ਨੂੰ ਸੁਣਾ ਕੇ ਇਸ ਤਰ੍ਹਾਂ ਉਹ ਗਈ ਆ ਜਿਵੇਂ ਪਾਰਾ ਉੱਡ ਜਾਂਦਾ ਹੈ। ਆਕਾਰ ਵਧਾ ਲਿਆ ਕਾਂ ਜਾ ਕੇ ਆਕਾਸ਼ ਵਿੱਚ। ਤੇ ਨਾਲ ਇਹ ਵੀ ਸੁਣਦੇ ਬਜ਼ੁਰਗਾਂ ਤੋਂ, ਕਹਿੰਦੇ ਵੀ ਤੇਰੇ ਮਾਰਨ ਵਾਲਾ ਉਹ ਗੋਕਲ 'ਚ ਚਲ ਗਿਆ। ਇਹ ਵੀ ਸੰਕੇਤ ਵੀ ਦੇ ਗਈ ਹੈ। ਤੇ ਉਹ ਦੱਸਦੇ ਵੀ ਬਿਜਲੀ ਸੀ, ਬਿਜਲੀ ਜਿਹੜੀ ਅੱਜ ਕੱਲ੍ਹ ਆਕਾਸ਼ਾਂ 'ਚ ਉੱਡਦੀ ਨਾ, ਆਕਾਸ਼ਾਂ ਬੱਦਲਾਂ ਜਿਹੜੀ ਗੜਕਦੀ ਹੈ, ਉਹ ਬਿਜਲੀ ਸੀ। ਉਹ ਬਿਜਲੀ ਨੂੰ ਗੜਕੀ ਆ। ਤੇ ਕਹਿੰਦੀ ਹੇ ਮਹਾਮੂਰਖਾ, ਤੈਨੂੰ ਮਾਰਨ ਵਾਲਾ ਤਾਂ ਗੋਕਲ 'ਚ ਚਲਿਆ ਗਿਆ। ਤਾਂ ਕਰਕੇ ਫਿਰ ਉੱਥੇ ਆਪਣੇ ਇਹਨੇ ਫਿਰ ਭੇਜਣੇ ਆ ਸਾਰੇ ਦੈਤ ਭੇਜੀ ਜਾਂਦਾ ਮਾਰਨ ਵਾਸਤੇ। ਅੱਗੇ ਆਪਾਂ ਦਰਸ਼ਨ ਦਿਦਾਰੇ ਕਰਾਂਗੇ, ਸਰਵਣ ਕਰਾਂਗੇ। ਤੋ ਐਸਾ ਇਹ ਹੋਇਆ ਕਾਰਨਾਮਾ ਉੱਥੇ। ਉਹ ਲੜਕੀ ਦੇ ਹੱਥੋਂ ਛੁੱਟ ਗਈ।
ਤੇ ਆਕਾਸ਼ ਚੜ ਗਈ ਆ ਤੇ ਕਰੜ ਕਰਕੇ ਖੜਾਕ ਹੋਇਆ, ਬੋਲੀ ਆ। ਤੇ ਤਾਂ ਹੀ ਕਿਹਾ ਵੀ ਉਸ ਟਾਈਮ ਮਾਮੇ ਭਾਣਜੇ ਨੂੰ ਜਦੋਂ ਮੀਂਹ ਪੈਂਦਾ, ਆਮ ਕਹਾਵਤ ਆ ਸਾਡੇ ਇੱਧਰ, ਬਿਜਲੀ ਕੜਕਦੀ ਕਹਿੰਦੇ ਬਾਦਲ ਕੜਕਦੇ ਬਾਹਰ, ਮਾਮਾ ਭਾਣਜਾ ਕਦੋਂ ਇਕੱਠੇ ਨਾ ਹੋਣ। ਇਹ ਗੱਲ ਇਹ ਆ ਵੀ ਇਹਨਾਂ ਦੀ ਦੁਸ਼ਮਣੀ ਨਾ ਮਾਮੇ ਭਾਣਜੇ ਦੀ, ਉਹ ਅੱਜ ਕੱਲ੍ਹ ਇੱਧਰ ਪੰਜਾਬ 'ਚ ਗੱਲ ਚੱਲਦੀ ਹੈ। ਉਹ ਬਿਜਲੀ ਸੀ, ਕਹਿੰਦੇ ਬਿਜਲੀ ਉਹਦੇ ਤੇ ਦੋਵਾਂ 'ਤੇ ਪੈ ਨਾ ਜਾਵੇ ਕਿਤੇ, ਉਹ ਬਿਜਲੀ ਹੋ ਕੇ ਖੜਕੀ ਸੀ, ਲੜਕੀ ਚੜੀ। ਚਲੋ ਜੀ ਫਿਰ ਅੱਗੇ ਦਰਸ਼ਨਦਾਰੇ ਕਰਦੇ ਹਾਂ। ਮਾਇਆ ਕੋ ਬਢਾਏ ਕੈ ਸੋ ਸਭਨ ਸੁਨਾਏ ਕੈ, ਸੋ ਐਸੇ ਉੱਡੀ ਬਾਰਾ ਜੈਸੇ ਪਾਰਾ ਉੱਡ ਜਾਤ ਹੈ। ਸਵਈਆ ਆਠ ਭੁਜਾ ਕਰ ਕੈ ਆਪਣੀ, ਸਭਨੋ ਕਰ ਮੈਂ ਬਰ ਆਯੁਧ ਲੀਨੇ। ਜਵਾਲ ਨਿਕਾਸ ਕਹੀ ਮੁਖ ਦੇਰ, ਪਿਓਰ ਭਇਓ ਤੁਮਰੋ ਮਤ ਹੀਨੇ। ਦਾਮਨ ਸੀ ਲਹਿ ਕੈ ਨਭ ਮੈਂ, ਉੱਡ ਕੈ ਫਟ ਗੇ ਤਹ ਸਤਰ ਨਸੀਨੇ। ਮਾਰ ਡਰੈ ਇਹ ਹੂੰ ਹਮ ਹੂੰ ਸਭ, ਤਰਾਸ ਮਨੇ ਅਤ ਦੈਤਨ ਕੀਨੇ। ਅਥ ਦੇਵ ਕੀ ਬਸਦੇਵ ਸ਼ੋਰਬੋ। ਸਵਈਆ ਬਾਤ ਸੁਨੀ ਇਹ ਕੀ ਜਬ ਸਰੋਨਨ, ਨਿੰਦਤ ਦੇਵਨ ਕੋ ਘਰ ਆਇਓ। ਝੂਠ ਹਨੇ ਹਮ ਪੈ ਭਗਨੀ ਸੁਤ, ਜਾਏ ਕੈ ਪਾਏ ਨਸੀਸ ਨਿਵਾਇਓ। ਗਿਆਨ ਕਥਾ ਕਰ ਕੈ ਅਤ ਹੀ ਬਹੁ, ਦੇਵ ਕੀ ਆਓ ਬਸਦੇਵ ਰਜਾਇਓ। ਹੋਇ ਕੈ ਪ੍ਰਸੰਨ ਬੁਲਾਏ ਲੋਹਾਰ ਕੋ, ਲੋਹ ਔ ਮੋਹ ਕੋ ਫਾਂਦ ਕਟਾਇਓ। ਇਤ ਸ੍ਰੀ ਬਚਿੱਤਰ ਨਾਟਕ ਕ੍ਰਿਸ਼ਨਾ ਅਵਤਾਰੇ, ਦੇਵ ਕੀ ਬਸਦੇਵ ਕੋ ਸ਼ੋਰਬੋ। ਵਰਣਨੰ ਸਮਾਪਤ। ਕੰਸ ਮੰਤਰੀਨ ਸੋ ਵਿਚਾਰ ਕਰਤ ਭਇਆ, ਦੋਹਰਾ ਮੰਤਰੀ ਸਕਲ ਬੁਲਾਏ ਕੈ। ਹਾਂ ਜੇ ਭਇਆ ਪਾਠ ਆਇਆ ਨਾ, ਆਪਣੇ ਸਰਵਣ ਕੀਤਾ ਭੱਬਾ ਇਹ ਕਹਿੰਦਾ ਇੱਥੇ ਭਇਆ, ਤੇ ਕਈ ਪ੍ਰਕਰਨ ਦੇ ਮੁਤਾਬਕ ਤੇ ਇਹ ਪਾਠ ਉਦੋਂ ਵਿਚਾਰ ਕੀਤੀ ਜਾਵੇਗੀ, ਪਰ ਇੱਥੇ ਭਇਆ ਬੋਲਣਾ। ਕੰਸ ਮੰਤਰੀਨ ਸੋ ਵਿਚਾਰ ਕਰਤ ਭਇਆ। ਹਾਂਜੀ। ਦੋਹਰਾ ਮੰਤਰੀ ਸਕਲ ਬੁਲਾਏ ਕੈ, ਕੀਨੋ ਕੰਸ ਵਿਚਾਰ। ਬਾਲਕ ਜੋ ਮਮ ਦੇਸ ਮੈਂ, ਸੋ ਸਭ ਡਾਰੋ ਮਾਰ। ਸਵਈਆ ਭਾਗਵਤ ਕੀ ਯਹ ਸੁਧ ਕਥਾ, ਬਹੁ ਬਾਤ ਭਰੇ ਭਲੀ ਭਾਂਤ ਉਚਾਰੀ। ਬਾਕੀ ਕਹੋ ਹੁਨਿਓ ਕਥ ਕੋ, ਸੁਭ ਰੂਪ ਧਰਿਓ ਬ੍ਰਜ ਮਦ ਮੁਰਾਰੀ। ਦੇਵ ਸਭੈ ਹਰਖੇ ਸੁਨ ਭੂਮਹਿ, ਔਰ ਮਨੈ ਹਰਖੈ ਨਰ ਨਾਰੀ। ਮੰਗਲ ਹੋਹਿ ਘਰਾ ਘਰ ਮੈਂ, ਉਤਰਿਓ ਅਵਤਾਰਨ ਕੂ ਅਵਤਾਰੀ। ਸਵਈਆ ਜਾਗ ਉਠੀ ਜਸੋਦਾ ਜਬ ਹੀ, ਬਿਖ ਪੁੱਤਰਹਿ ਦੇਨ ਲੱਗੀ ਹੁਨੀਆ ਹੈ। ਪੰਡਤਨ ਕੋ ਅਰ ਗਾਇਨ ਕੋ, ਬਹੁ ਦਾਨ ਦਿਓ ਸਭ ਹੀ ਗੁਨੀਆ ਹੈ। ਪੁੱਤਰ ਭਇਓ ਸੁਨ ਕੈ ਬ੍ਰਿਜ ਭਾਮਨ, ਓਢ ਕੈ ਲਾਲ ਚੱਲੀ ਚੁਨੀਆ ਹੈ। ਜਿਉ ਮਿਲ ਕੈ ਘਨ ਕੇ ਦਿਨ ਮੈਂ, ਉੱਡ ਕੈ ਸੋ ਚੱਲੀ ਜੋ ਮਨੋ ਮੁਨੀਆ ਹੈ। ਇੱਥੇ ਮੁਨੀਆਂ ਦਾ ਭਾਵ ਇਹ ਲਿਖਿਆ ਵੀ ਚਾਅ ਮਨਾਇਆ ਜਾ ਰਿਹਾ ਨਾ, ਸਾਰਾ ਜਾ ਰਹੇ ਨਾ ਉੱਧਰ ਨੂੰ। ਜਦੋਂ ਪਤਾ ਲੱਗਿਆ ਤੇ ਬਿਰਜ ਦੀਆਂ ਪਿੰਡ ਦੀਆਂ ਇਸਤਰੀਆਂ ਸੋਹਣੇ ਸੋਹਣੇ ਕੱਪੜੇ ਪਾ ਕੇ ਮਾਤਾ ਦੇਵਕੀ ਨੂੰ ਵਧਾਈਆਂ ਦੇਣ ਜਾ ਰਹੀਆਂ ਨੇ, ਲਾਲ ਚੁੰਨੀਆਂ ਆਦਿਕ ਲੈ ਕੇ। ਤੇ ਇੱਥੇ ਮਹਾਰਾਜ ਨੇ ਇੱਕ ਪ੍ਰਮਾਣ ਦਿੱਤਾ, ਜਿਉਂ ਮਿਲ ਕੇ ਘਨ ਕੇ ਦਿਨ ਮੈਂ, ਜਿਵੇਂ ਬੱਦਲ ਵੇਲੇ ਸਮੇਂ ਉੱਡ ਕੇ ਸੋ ਚੱਲੀ ਜੋ ਮਨੋ ਮੁਨੀਆ ਹੈ। ਮੁਨੀਆ ਨਾ ਜਿਹੜਾ ਇੱਕ ਛੋਟਾ ਜਿਹਾ ਪੰਛੀ ਹੁੰਦਾ ਜਿਹਦੇ ਲਾਲ ਖੰਭ ਹੁੰਦੇ ਨੇ, ਚਿੱਟੇ ਟਿਮਕਣੇ ਜਿਹੇ ਹੁੰਦੇ ਨੇ, ਉਹਨੂੰ ਸੁਰਖ ਵੀ ਕਹਿੰਦੇ ਜਾਂ ਲਾਲ ਕਹਿੰਦੇ ਨੇ। ਤੇ ਇਹਦੀ ਮਦੀਨ ਜਿਹੜੀ ਹੁੰਦੀ ਨਾ, ਉਹਨੂੰ ਮੁਨੀਆਂ ਕਹਿੰਦੇ ਨੇ, ਜੋ ਬੱਦਲਾਂ ਦੀਆਂ ਘਟਾਵਾਂ ਨੂੰ ਵੇਖ ਕੇ ਡਾਰ ਬਣ ਕੇ ਉੱਡਦੀਆਂ ਹਨ। ਉਹ ਇਸ ਤਰ੍ਹਾਂ ਵੀ ਜੇ ਡਾਰ ਬਣ ਕੇ ਉਹ ਜਾਂਦੀਆਂ ਨਾ ਮੁਨੀਆਂ ਬੱਦਲਾਂ ਦੇ ਅੱਗੇ ਅੱਗੇ। ਤੇ ਕ੍ਰਿਸ਼ਨ ਜੀ
ਦੇ ਜਨਮ ਨੂੰ ਲੈ ਮੁੱਖ ਰੱਖ ਕੇ ਤੇ ਉਹ ਬਿਰਜ ਪਿੰਡ ਦੀਆਂ ਲੜਕੀਆਂ ਬੀਬੀਆਂ ਮਾਈਆਂ ਵਧਾਈਆਂ ਦੇਣ ਇਸ ਪ੍ਰਕਾਰ ਜਾ ਰਹੀਆਂ ਨੇ। ਹਾਂਜੀ। ਨੰਦ ਬਾਚ ਕੰਸ ਪ੍ਰਤ ਦੋਹਰਾ। ਇਹ ਬੇਨਤੀ ਫਿਰ ਕਰਦੇ ਹਾਂ, ਬਾਰ-ਬਾਰ ਨੰਦ ਜੀ ਦਾ ਨਾਮ ਆਉਣਾ ਹੈ। ਬਾਬਾ ਨੰਦ ਵੀ ਇੱਕ ਬਾਬਾ ਨੰਦ ਜੋ ਜਿਨ੍ਹਾਂ ਇਹਦੇ ਜੋ ਇਹਨਾਂ ਦੀ ਸਪਤਨੀ ਆ ਉਹ ਜਸੋਦਾ ਮਾਤਾ ਹੈ ਤੇ ਬਾਬਾ ਨੰਦ ਮਾਤਾ ਮਰੀਅਸੀ ਦੇ ਉਧਰ ਤੋਂ ਪਰਜਨਿਆਂ ਦਾ ਪੁੱਤਰ ਅਤੇ ਜਸੋਦਾ ਦਾ ਪਤੀ ਪਿੰਡ ਗੋਕਲ ਦਾ ਚੌਧਰੀ ਸੀ। ਇਹ ਬਾਰ-ਬਾਰ ਨਾਮ ਹੋਗਾ ਕਿ ਸੁਣ ਲਓ। ਗੋਕਲ ਪਿੰਡ ਦਾ ਚੌਧਰੀ ਨੂੰ ਸਰਦਾਰ ਕਹਿ ਦਿੰਦੇ, ਉਹ ਗੋਕਲਾਂ ਦਾ ਸਾਰਿਆਂ ਦਾ ਕੋਕਿਆਂ ਦਾ ਇਹ ਜਿਹੜੇ ਉਹ ਕਹਿੰਦੇ ਗਵਾਲਿਆਂ ਦਾ ਸਰਦਾਰ ਸੀ। ਗੋਕਲ ਪਿੰਡ ਦਾ ਚੌਧਰੀ ਸੀ, ਮਾਤਾ ਜਸੋਦਾ ਦੇ ਘਰ ਵਾਲਾ। ਤੇ ਇਹਦੀ ਮਾਤਾ ਦਾ ਨਾਂ ਮਰੀਅਸੀ ਤੇ ਇਹਦੇ ਪਿਓ ਦਾ ਨਾਂ ਪਰਜਨਾ ਹੈ। ਇਹ ਯਾਦ ਰੱਖਣ ਵਾਲੀ ਗੱਲ। ਹਾਂਜੀ ਚਲੋ। ਨੰਦ ਬਾਚ ਕੰਸ ਪ੍ਰਤ ਦੋਹਰਾ। ਨੰਦ ਮਹਿਰ ਲੈ ਭੇਟ ਕੋ ਗਇਓ ਕੰਸ ਕੇ ਪਾਸ। ਪੁੱਤਰ ਭਇਓ ਹਮਰੇ ਗ੍ਰਹਿ ਜਾਏ ਕਹੀ ਅਰਦਾਸ। ਮਹਿਰ ਪਾੜੀ। ਹਾਂਜੀ ਮਹਿਰ। ਬਸਦੇਵ ਬਾਚ। ਇਹ ਨਾ ਵੀ ਆਮ ਕਹਾਵਤ ਹੈ, ਡਰਦੀ ਹਰ ਹਰ ਕਰਦੀ। ਇਹ ਆਮ ਕਹਾਵਤ ਹੈ। ਤੇ ਨੰਦ ਮਹਿਰ ਭਾਵੇਂ ਉਹ ਬਿਰਦੇ ਵਸਨੀਕਾਂ ਦਾ ਸੀ ਤਾਂ ਮੁਖੀ ਚੌਧਰੀ ਸੀ, ਪਰ ਕੰਸ ਤੋਂ ਸਾਰੇ ਡਰਦੇ ਸਨ ਵੀ ਕਿਤੇ ਗੁਪਤੀ ਨਾ ਰੱਖ ਲਿਆ ਜਾਵੇ। ਉਹਦਾ ਸੀ ਨਾ ਵੀ ਜੋ ਬੱਚੇ ਨੇ ਜਨਮ ਪਿੰਡ ਦੇ ਵਿੱਚ ਗੋਕਲ ਦੇ ਵਿੱਚ ਸਾਨੂੰ ਮੈਨੂੰ ਖਬਰ ਕੀਤੀ ਜਾਵੇ। ਤਾਂ ਕਰਕੇ ਉਹਨੇ ਖਬਰ ਦਿੱਤੀ ਜਾ ਕੇ, ਕੁਝ ਭੇਟ ਦੇਣ ਦੇ ਬਹਾਨੇ ਉਸਨੂੰ ਖਬਰ ਦੇ ਦਿੱਤੀ ਵੀ ਮੇਰੇ ਬਾਲਕ ਜਨਮਿਆ ਹੈ। ਨੰਦ ਨੇ ਆਪੇ ਜਾ ਕੇ ਕੰਸ ਨੂੰ, ਜਿਵੇਂ ਅੱਜ ਕੱਲ੍ਹ ਮਠਿਆਈਆਂ ਲੈ ਕੇ ਜਾਣੇ, ਖਬਰ ਦੇਣੀ ਸੀ ਨਾ, ਮਠਿਆਈ ਤੁਹਾਨੂੰ ਕਾਹਨੀ ਦੇਣੀ ਸੀ ਵੀ ਜੇ ਨਾ ਮੈਂ ਖਬਰ ਦਿੱਤੀ ਤੇ ਮੈਨੂੰ ਕੋਈ ਫੇਰ ਮੇਰੇ ਤੇ ਕੋਈ ਡੰਨ ਲਾਊਗਾ ਰਾਜਾ। ਹਾਂਜੀ ਹਾਂਜੀ ਫੇਰ ਪੜ੍ਹ ਦਿਓ। ਨੰਦ ਬਾਚ ਕੰਸ ਪ੍ਰਤ ਦੋਹਰਾ। ਨੰਦ ਮਹਿਰ ਲੈ ਭੇਟ ਕੋ ਗਇਓ ਕੰਸ ਕੇ ਪਾਸ। ਪੁੱਤਰ ਭਇਓ ਹਮਰੇ ਗ੍ਰਹਿ ਜਾਏ ਕਹੀ ਅਰਦਾਸ। ਬਸਦੇਵ ਬਾਚ ਨੰਦ ਸੋ ਦੋਹਰਾ। ਨੰਦ ਚੱਲਿਓ ਗ੍ਰਹਿ ਕੋ ਜਬੈ ਸੁਨੀ ਬਾਤ। ਬਸਦੇਵ ਭੈ ਹੋਇ ਹੈ ਤੁਮ ਕੋ ਵੱਡੋ ਸੁਨੋ ਗੋਪ ਪਤ ਭੇਵ। ਕੰਸ ਬਾਚ ਬੱਕੀ ਸੋ ਸਵਈਆ। ਕੰਸ ਕਹੈ ਬੱਕੀ ਬਾਤ ਸੁਨੋ ਇਹ ਆਜ ਕਰੋ ਤੁਮ ਕਾਜ ਹਮਾਰੋ। ਬਾਰਕ ਜੇ ਜਨਮੈ ਇਹ ਦੇਸ ਮੈਂ ਤਾਹੇ ਕੋ ਜਾਏ ਕੈ ਸੀਗਰ ਸੰਘਾਰੋ। ਕਾਲ ਵਹਿ ਹਮਰੋ ਕਹੀਐ ਦੇਹ ਤਰਾਸ ਡਰਿਓ। ਹੀਰਾ ਮਮ ਭਾਰੋ ਹਾਲ ਬਿਹਾਲ ਭਇਓ ਤਿਹ ਕਾਲ। ਮਨੋ ਤਾਨ ਮੈਂ ਜੋ ਡਸਿਓ ਇਹ ਕਾਰੋ। ਪੂਤਨਾ ਬਾਚ ਕੰਸ ਪ੍ਰਤ ਦੋਹਰਾ। ਇੱਥੇ ਜੋ ਬਕੀ ਲਿਖਿਆ ਨਾ, ਬਕੀ ਦਾ ਭਾਵ ਪੂਤਨਾ ਦਾ ਹੀ ਆ। ਇਹਨੇ ਪੂਤਨਾ ਨੂੰ ਇਹ ਗੱਲ ਕਹੀ ਹੈ ਵੀ ਜਿੰਨੇ ਇਹ ਬੱਚੇ ਆ ਨਾ ਪਿੰਡ ਵਿੱਚ ਜਨਮੇ, ਉਹਨਾਂ ਨੇ ਤਾਂ ਪਤਾ ਕਰਨਾ ਵੀ ਕੌਣ ਮੈਨੂੰ ਮਾਰਨ ਵਾਲਾ ਤੇ ਉਹ ਮਾਰਨਾ ਤੂੰ। ਪਤਾ ਲੱਗਾ ਵੀ ਨੰਦ ਦੇ ਘਰ ਬੱਚਾ ਹੋਇਆ ਨਵਾਂ ਤੇ ਉਹਨੂੰ ਤੂੰ ਮਾਰ। ਪੂਤਨਾ ਨੇ ਇਹ ਆਪਣੇ ਸਿਰ ਤੇ ਜ਼ਿੰਮੇਵਾਰੀ ਲਈ ਆ ਇਹ ਤੂੰ ਬੇਫਿਕਰ ਹੋ ਜਾਓ, ਮੈਂ ਸਭ ਖਤਮ ਕਰ ਦੂੰ ਤੁਹਾਡਾ ਜਿਹੜਾ ਦੁਸ਼ਮਣ ਬੱਚਾ। ਇਹਦੇ ਬਾਰੇ ਮੈਂ ਥੋੜ੍ਹੀ ਜਿਹੀ ਬੇਨਤੀ ਕਰਦਾ। ਪੂਤਨਾ ਸੀ ਕੌਣ? ਜਿਹਨੇ ਕ੍ਰਿਸ਼ਨ ਤੇ ਹਮਲਾ ਕਰਨਾ, ਕਿ ਆਪਾਂ ਦਰਸ਼ਨ ਬਾਰੇ ਕਰਾਂਗੇ, ਪੜਾਂਗੇ। ਇਹਦਾ ਸੰਬੰਧ ਕਿਵੇਂ ਬਣਿਆ? ਜੋ
ਨਾਰਾਇਣ ਜੀ ਦੇ ਅਵਤਾਰ ਹੈ, ਉਹ 'ਤੇ ਕਿਵੇਂ ਹਮਲਾ ਕਰੂ। ਕੋਈ ਪਿਛਲਾ ਲੇਖ ਹੁੰਦਾ ਨਾ, ਆਪਾਂ ਕਹਿੰਦੇ ਨੇ ਇਹ ਵੀ ਲੇਖ ਸੀ ਇੱਕ। ਇਹ ਜਿਹੜੀ ਪੂਤਨਾ ਹੈ, ਸਤਜੁਗ ਸਮੇਂ ਜੋ ਰਾਜਾ ਬਲ ਹੋਇਆ ਹੈ, ਉਹਦੀ ਭੈਣ ਸੀ। ਤੇ ਰਾਜੇ ਬਲ ਨੂੰ ਛੱਡਣ ਵਾਸਤੇ ਜਦੋਂ ਪਰਮੇਸ਼ਰ ਜੀ ਨੇ 52 ਰੂਪ ਧਾਰਨ ਕੀਤਾ, 52 ਉਂਗਲਾਂ ਦਾ ਹੁੰਦਾ ਉਹ ਸਾਰਾ ਮਿਣਤੀ ਉਹਦੀ, ਉਹਨੂੰ ਕਹਿੰਦੇ 52, ਜਿਹਨੂੰ ਅਸੀਂ ਆਮ ਪੰਜਾਬੀ 'ਚ ਬੌਣਾ ਕਹਿੰਦੇ ਨੇ। ਬੌਣਾ ਉੱਪਰ ਛੋਟਾ ਹੁੰਦਾ ਇੱਕ ਨੂੰ ਵੀ, ਬੱਚਾ, ਬੱਚੇ ਦੀ ਉਮਰ ਦਾ 52 ਉਂਗਲਾਂ ਲਾ ਲਓ, ਵੇਖ ਲਓ ਵੀ ਗਿਣਤੀ ਕਰ ਲਓ, 2-2.5 ਫੁੱਟ ਦਾ ਹੋਣਾ। ਤੇ ਉਹ ਅਵਤਾਰੀ ਪੁਰਸ਼ ਹੋਣ ਕਰਕੇ ਬਾਮਨ ਜੀ ਸੋਹਣੇ ਬਹੁਤ ਸਨ। ਜਦੋਂ ਰਾਜੇ ਬਲ ਦੇ ਦਰਵਾਜ਼ੇ ਤੇ ਵਿਚਾਰ ਚੱਲ ਰਹੀ ਸੀ ਵੀ ਇੱਕ ਬਾਵਨ ਸਰੂਪ ਬ੍ਰਾਹਮਣ ਆਇਆ ਹੈ, ਦਾਨ ਮੰਗਦਾ ਹੈ, ਮੰਗਦਾ ਵੀ 2.5 ਕਰਮਾਂ ਧਰਤੀ ਹੈ, ਉਹ ਸਾਰਾ ਪਰਿਵਾਰ ਆ ਗਿਆ। ਤੇ ਬਲ ਰਾਜੇ ਦੀ ਭੈਣ ਸੀ ਜਿਹੜੋ, ਉਹ ਸਾਰੇ ਪਰਿਵਾਰ ਉਹਨੇ ਆਉਣਾ ਹੀ ਸੀ ਵਿੱਚ। ਉਹ ਨਾ ਉਹਦੇ ਮਨ 'ਚ ਸੰਕਲਪ ਹੋ ਗਿਆ ਵੀ ਇਹ ਕਿਤੇ ਮੇਰਾ ਬੱਚਾ ਹੋਵੇ ਤੇ ਮੈਂ ਦੁੱਧ ਆਪਣੇ ਸੀਨੇ ਦਾ ਇਹਨੂੰ ਝੰਗਾਵਾਂ। ਉਹ ਮਨ ਸੰਕਲਪ ਹੋ ਗਿਆ ਨਾ ਉਹਦਾ, ਇਹ ਮੇਰਾ ਕਿਤੇ ਮੈਂ ਇਹਦੀ ਮਾਂ ਬਣ ਕੇ ਦੁੱਧ ਝੰਗਾਵਾਂ। ਇੰਨਾ ਸੋਹਣਾ ਸਰੂਪ ਸੀਗਾ, ਸੁੰਦਰ ਸਰੂਪ ਹੋ ਕੇ ਭੂਪ ਨਾ ਕੇ ਭੂਪ ਹੋ। ਪਰਮੇਸ਼ਰ ਦੇ ਅਵਤਾਰ ਐਸੇ ਹੁੰਦੇ ਨੇ। ਤੋ ਐਂ ਹਲੇ ਵਿਚਾਰ ਹੀ ਕੀਤੀ ਸੀ। ਉਦੋਂ ਨੂੰ ਜਦੋਂ ਗਿਣਤੀ ਮਿਣਤੀ ਹੋਈ ਤੇ ਉਹ 2.5 ਕਰਮਾਂ ਦੇਣੀਆਂ ਬਲ ਰਾਜਾ ਮੰਨ ਗਿਆ, ਭਾਵੇਂ ਪੁਰੋਹਿਤ ਨੇ ਬਹੁਤ ਸਮਝਾਇਆ। ਪਿੱਛੇ ਆਪਾਂ ਇਹ ਕਥਾ ਸੁਣ ਸਾਰੀ ਆਪਾਂ ਬਾਣੀ ਸਰਵਣ ਕੀਤੀ ਹੈ ਪਾਠ ਦੇ ਵਿੱਚ, ਜਦੋਂ ਬਾਮਨ ਅਵਤਾਰ ਆਇਆ। ਤੋ ਐਸੀ ਵਿਚਾਰ ਹੀ ਚੱਲ ਰਹੀ ਸੀ। ਉਹ ਗਿਣਤੀ ਮਿਣਤੀ ਜਦੋਂ ਕਰਨ ਲੱਗੇ, 2.5 ਕਰਮਾਂ ਦਾ ਕੀ, 2 ਕਰਮਾਂ ਦੇ ਵਿੱਚ ਸਾਰੀ ਦੁਨੀਆ ਮਿਲਦੀ, ਆਕਾਸ਼ ਦੇ ਵਿੱਚ ਜਾ ਲੱਗੀ, ਉਧਰ ਪਤਾਲ ਦੇ ਵਿੱਚ ਦੂਸਰੀ ਕਰਮ ਜਾ ਲੱਗੀ। ਹੁਣ ਕਹਿੰਦਾ ਅੱਧੀ ਕਰਮ ਰਹਿ ਗਈ। ਤੇ ਬਲ ਰਾਜੇ ਦੇ ਫਿਰ ਸਿਰ ਤੇ ਉਹਨੂੰ ਕਹਿੰਦਾ ਤੂੰ ਮਨਾ ਆਪਣਾ। ਫਿਰ ਉਹਦੇ ਬਲ ਦੇ ਰਾਜੇ ਦੇ ਸਿਰ ਤੇ ਜਦੋਂ ਆਪਣਾ ਚਰਨ ਰੱਖ ਕੇ ਬਾਮਨ ਅਵਤਾਰ ਜੀ ਨੇ ਉਹਨੂੰ ਪਤਾਲ 'ਚ ਧੱਕ ਦੇਣਾ ਸੀ, ਧੱਕਣਾ ਹੀ ਸੀ। ਉਦੋਂ ਉਹਨੇ ਪੂਤਨਾ ਨੇ ਬਲ ਰਾਜੇ ਦੀ ਭੈਣ ਨੂੰ ਫਿਰ ਗੁੱਸਾ ਆ ਗਿਆ। ਪਹਿਲਾਂ ਤਾਂ ਇਹ ਉਹਦਾ ਫੁਰਨਾ ਇਹ ਸੀ ਵੀ ਇਹ ਬਲ ਰਾਜਾ ਦੀ ਭੈਣ ਦਾ ਫੁਰਨਾ ਸੀ, ਇਹ ਜਿਹੜਾ ਬੱਚਾ ਨਾ ਸੋਹਣਾ ਜਿਹਾ ਇਹ ਦਾਨ ਮੰਗ ਰਿਹਾ ਮੇਰੇ ਵੀਰ ਕੋਲੋਂ, ਭਰਾ ਕੋਲੋਂ। ਉਹਦੇ ਮਨ ਦਾ ਫੁਰਨਾ ਹੀ ਸੀਗਾ ਵੀ ਮੈਂ ਇਹਦੀ ਮਾਂ ਬਣਾ ਤੇ ਮੈਂ ਆਪਣੇ ਸੀਨੇ ਦਾ, ਆਪਣੀ ਛਾਤੀ ਦਾ ਦੁੱਧ ਆਪਣੇ ਆਸਤੇ ਇਹਦੇ ਮੂੰਹ 'ਚ ਪਾਵਾਂ। ਪਹਿਲਾਂ ਪਿਆਰ ਵਾਲੀ ਗੱਲ ਸੀ। ਤੇ ਜਦੋਂ ਭਾਣਾ ਵਰਤ ਗਿਆ, ਬਲ ਰਾਜੇ ਦੇ ਸਿਰ ਤੇ ਰੱਖਿਆ, ਆਪਣਾ ਚਰਨ ਦੇ ਪਤਾਲ ਪਹੁੰਚਾਤਾ, ਉਦੋਂ ਉਹਨੂੰ ਗੁੱਸਾ ਆ ਗਿਆ। ਕਹਿੰਦੀ ਇਹਨੂੰ ਤਾਂ ਮੈਂ ਇਹਨੂੰ ਦੁੱਧ ਕਾਹਦਾ ਜਗਾਉਣਾ, ਇਹ ਤਾਂ ਮੈਂ ਥਣਾ ਨੂੰ ਦੁੱਧ ਲਾ ਕੇ ਇਹਨੂੰ ਜ਼ਹਿਰ ਦੇ ਕੇ ਮਾਰ ਹੀ ਕਿਉਂ ਨਾ ਦੇਵਾਂ ਇਹਨੂੰ ਮੈਂ। ਉਹਦੇ ਮਨ ਦਾ ਫੁਰਨਾ, ਉਦੋਂ ਮਾਂ ਵੀ ਬਣ ਗਏ ਤੇ ਫਿਰ ਜ਼ਹਿਰ ਵੀ ਲਾਇਆ ਗਿਆ। ਉਹ ਫਿਰ ਫੁਰਨਾ ਐਸ ਅਵਤਾਰ ਦੇ ਵਿੱਚ ਆਣ ਕੇ ਉਹਦਾ ਪੂਰਾ ਕੀਤਾ ਸੀ ਭਗਤ ਨਹੀਂ, ਉਹ ਵੀ ਸੀ ਤਪੱਸਿਆਵਾਨ ਨਹੀਂ। ਉਹ ਸਾਰੇ ਇਸ ਤਰ੍ਹਾਂ ਦੇ ਪਿੱਛੇ ਆਉਂਦੇ। ਇਹ ਐਸੀਆਂ ਕਥਾਵਾਂ ਹੁੰਦੀਆਂ ਨੇ, ਇਹ ਪੁਰਾਤਨ ਗ੍ਰੰਥਾਂ 'ਚ, ਸਨਾਤਨੀ ਗ੍ਰੰਥਾਂ ਦੀਆਂ ਕਥਾਵਾਂ ਨੇ। ਆਹੋ ਜੀ, ਉਹ ਪੂਤਨਾ ਸੀ। ਉਹ ਹੁਣ ਕੰਸ ਨੇ ਭੇਜੀ ਹੈ ਵੀ ਜਾ ਜਿਤਨੇ ਬੱਚੇ ਗੋਕਲ ਵਿੱਚ ਸਭ ਮਾਰ ਦੇ। ਉਹ ਆਏਗੀ ਮਾਰਨ, ਆਏ ਉਹਦਾ ਆਧਾਰ ਵੀ ਕਰ ਦੇਣਾ। ਪੂਤਨਾ ਬਾਚ ਕੰਸ ਪ੍ਰਤ ਦੋਹਰਾ, ਇਹ ਸੁਣ ਕੇ ਤਬ ਪੂਤਨਾ ਕਹੀ ਕੰਸ 100 ਬਾਤ। ਬਰਮਾ ਜਾਏ ਸਭ ਹਨੋ ਮਿਟੈ ਤਿਹਾਰੋ ਤਾਪ। ਸਵਈਆ ਸੀਸ ਨਿਵਾਏ ਉਠੀ ਤਬ ਬੋਲ। ਸੋ ਘੋਲ ਮਿੱਠਾ ਲਪਟੋ ਥਨ ਮੈਂ। ਠੀਕ ਆ। ਬਾਲ ਜੋ ਪਾਨ ਕਰੇ ਤਜੈ ਪ੍ਰਾਨਨ। ਤਾਹਿ ਮਸਾਨ ਕਰੋ ਸ਼ੈਨ ਮੈਂ।
ਬੁੱਧ ਤਾਨ ਸੁਜਾਨ ਕਹਿਓ ਸਤਮਾਨ, ਸੋ ਆਏ ਹੈ ਟੋਰ ਕੈ ਤਾਹਨ ਮੈਂ, ਨਿਰਭਉ ਨਿਰਭਰਾਜ ਕਰੋ ਨਗਰੀ, ਸਗਰੀ ਜਨ ਸੋਚ ਕਰੋ ਮਨ ਮੈਂ। ਕਬਿਓ ਬਾਚ ਦੋਹਰਾ ਅਤ ਪਾਪਨ ਜਗਨਨਾਥ ਪਰ, ਬੀੜਾ ਲਿਓ ਉਠਾਏ, ਕਪਟ ਰੂਪ ਸੋ ਰਹਿ ਸਜੇ, ਗੋਕਲ ਪਹੁੰਚੀ ਜਾਏ। ਸਵਈਆ ਕਾਜਰ ਨੈਣ ਦੀਏ ਮਨ ਮੋਹਤ, ਈਂਗਰ ਕੀ ਬਿੰਦਰੀ ਜੋ ਬਿਰਾਜੈ, ਟਾਂਡ ਭੁਜਾਨ ਬਨੀ ਕਟ ਕੇ ਹਰ, ਪਾਇਨ ਨੂਪਰ ਕੀ ਧੁਨ ਬਾਜੈ। ਹਾਂ, ਇਹ ਸ਼ਿੰਗਾਰ ਦਾ ਐਸਾ ਸੋਹਣਾ ਸੋਹਣਾ ਬਣਾ ਉਹਨੇ, ਸ਼ਿੰਗਾਰ ਕਰਕੇ ਰੂਪ ਹੋਰ ਸੋਹਣਾ ਬਣਾ ਲਿਆ। ਹਾਂਜੀ। ਹਾਰ ਗਰੇ ਮੁਕਤਾ ਹਲਕੇ, ਗਈ ਨੰਦ ਦੁਆਰ ਹੈ ਕੰਸ ਕੇ ਕਾਜੈ, ਬਾਸ ਸੁਬਾਸ ਬਸੀ ਸਭ ਹੀ ਤਨ, ਆਨਨ ਮੈਂ ਸਸ ਕੋਟਿਕ ਲਾਜੈ। ਜਸ ਦਾ ਬਾਚ ਪੂਤਨਾ ਪ੍ਰਤ, ਦੋਹਰਾ ਬਹੁ ਆਦਰ ਕਰ ਪੂਛਿਓ, ਜਸਮਤ ਬਚਨ ਰਸਾਲ, ਆਸਨ ਪੈ ਬੈਠਾਏ ਕੈ, ਕਹਿਓ ਬਾਤ ਕਹੋ ਬਾਲ। ਪੂਤਨਾ ਬਾਚ ਜਸੋਦਾ ਸੋ, ਦੋਹਰਾ ਮਹਿਰ ਤਿਹਾਰੇ ਸੁਤ ਸੁਨਿਓ, ਜਨਮਿਓ ਰੂਪ ਅਨੂਪ, ਮੋਹ ਗੋਦੀ ਦੈ ਦੂਧ ਕੋ, ਹੋਵੈ ਸਭ ਕੋ ਭੂਪ। ਸਵਈਆ ਗੋਦ ਦਇਓ ਜਸਦਾ ਤਬ ਤਾਕੇ, ਸੋ ਅੰਤ ਸਮੈ ਤਬ ਹੀ ਉਨ ਲੀਨੋ, ਭਾਗ ਬੜੇ ਦੁਰਬੁੱਧਨ ਕੇ, ਭਗਵਾਨਹਿ ਕੋ ਜਨ ਅਸਥਨ ਦੀਨੋ। ਵਾਹ ਵਾਹ। ਸ਼ੀਰ ਰਕਤਰ ਸੋ ਤਾਹੀ ਕੇ ਪ੍ਰਾਨ, ਸੋ ਐਚ ਲਏ ਮੁਖ ਮੋ ਇਹ ਕੀਨੋ, ਜਿਉ ਗਗੜੀ ਤੁਮਰੀ ਤਨ ਲਾਏ ਕੈ, ਤੇਲ ਲਏ ਤੁਚ ਛਾੜ ਕੇ ਪੀਨੋ। ਵਾਹ ਜੀ ਵਾਹ। ਐਸਾ ਹੋਇਆ ਜਿਸ ਵੇਲੇ ਬਾਲਕ ਨੂੰ ਜਸੋਦਾ ਨੇ ਉਹਦੀ ਗੋਦ ਵਿੱਚ ਦਿੱਤਾ, ਪੂਤਨਾ ਦੀ, ਪੂਤਨਾ ਨੇ ਆਪਣਾ ਅੰਤ ਸਮਾਂ ਆਪਣੀ ਗੋਦ ਵਿੱਚ ਲੈ ਲਿਆ ਨਾ ਪਰਮੇਸ਼ਰ ਨੂੰ। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਲਿਖ ਰਹੇ ਨੇ ਕਿ ਉਸ ਖੋਟੀ ਬੁੱਧੀ ਵਾਲੀ ਦੇ ਭਾਗ ਚੰਗੇ ਆ ਨਾ, ਜਿਸ ਨੇ ਭਗਵਾਨ ਦੇ ਮੂੰਹ ਵਿੱਚ ਆਪਣਾ ਅਸਥਨ ਦੇਣਾ ਕੀਤਾ। ਦੁੱਧ ਖੂਨ ਤੇ ਉਸਦੇ ਪ੍ਰਾਣ ਉਹ ਸਾਰੇ ਖਿੱਚ ਲਏ ਅੱਗੇ। ਫਿਰ ਐ ਹੁੰਦਾ ਉਹਦਾ ਦੁੱਧ ਵੀ ਖਿੱਚ ਲਿਆ, ਖੂਨ ਵੀ ਖਿੱਚ ਲਿਆ, ਪ੍ਰਾਣ ਵੀ ਖਿੱਚ ਲਏ। ਜਦੋਂ ਉਹਦੇ ਮੁੱਖ ਵਿੱਚ ਅਸਥਨ ਪਾਇਆ ਨਾ ਕ੍ਰਿਸ਼ਨ ਜੀ ਦੇ ਪੂਤਨਾ ਨੇ, ਤੇ ਅੰਤਰਜਾਮੀ ਸਨ ਜਾਣਗੇ ਵੀ ਪਾਪਣਾ, ਤੇ ਨਾਲੇ ਪਿਛਲਾ ਉਹ ਅੰਤਰਜਾਮੀ ਸਭ ਦੇ ਜਾਣੇ ਤਿਸ ਤੇ ਕਹਾਂ ਛਪਾਈ ਹੈ, ਪਿਛਲੇ ਜਨਮ ਬਾਰੇ ਜਾਣਗੇ ਵੀ ਤਾਂ ਉਹ ਆ ਗਈ ਹੈ। ਤੇ ਉਹਦਾ ਜੋ ਦੁੱਧ ਮੂੰਹ ਵਿੱਚ ਪਾਇਆ, ਅਸਥਨ ਪਾਇਆ, ਉਹਦਾ ਦੁੱਧ ਵੀ ਖਿੱਚ ਲਿਆ, ਉਹਦਾ ਖੂਨ ਵੀ ਖਿੱਚ ਲਿਆ, ਪ੍ਰਾਣ ਵੀ ਖਿੱਚ ਲਏ ਨੇ ਕ੍ਰਿਸ਼ਨ ਜੀ ਨੇ। ਉਹਦੇ ਨਾਲ ਇਹ ਸਲੂਕ ਕੀਤਾ, ਜਿਸ ਤਰ੍ਹਾਂ ਜੋਕ ਜਾਂ ਤੁੰਬੀ ਗੜਵੀ ਲਾ ਕੇ ਖੂਨ ਖਿੱਚ ਲੈਂਦਾ ਨਾ, ਐਂ ਉਹਨੂੰ ਉਹਦਾ ਖਿੱਚ ਲਿਆ। ਮਾਤਾ ਜਸੋਦਾ ਜਿਉਂ ਦਾ ਤਿਉਂ ਉਹ ਰਹਿੰਦੀ। ਇਸ ਤਰ੍ਹਾਂ ਪੂਤਨਾ ਨਾਲ ਵਰਤੀ ਇਹ ਕਹਾਣੀ ਸਾਧ ਸੰਗਤ ਜੀ। ਸੋ ਬੇਨਤੀ ਹੈ ਵੀ ਧੰਨ ਗੁਰੂ ਗ੍ਰੰਥ ਸਾਹਿਬ ਆਦਿ ਮਹਾਰਾਜ ਜੀ ਦੇ 874 ਅੰਗ ਤੇ ਇਹ ਭਗਤ ਨਾਮਦੇਵ ਜੀ ਦੀ ਬਾਣੀ ਹੈ। ਹਰ ਹਰ ਕਰਤ ਪੂਤਨਾ ਤਰੀ, ਬਾਲ ਘਾਤਨੀ ਕਪਟਹਿ ਭਰੀ। ਸਿਰਫ ਇਤਨੀ ਪੰਗਤੀ ਹੈ। ਮੈਂ ਅੱਗੇ ਵੀ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਿ ਦਸਮ ਮਹਾਰਾਜ ਆਦਿ ਮਹਾਰਾਜ ਦਾ ਟੀਕਾ ਹੀ ਹੈ। ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਇੱਕ ਇਤਨੀ ਪੰਗਤੀ ਹੈ, ਹਰ ਹਰ ਕਰਤ ਪੂਤਨਾ ਤਰੀ, ਬਾਲ ਘਾਤਨੀ ਕਪਟਹਿ ਭਰੀ। ਧੰਨ ਗੁਰੂ ਗ੍ਰੰਥ ਸਾਹਿਬ ਆਦਿ ਮਹਾਰਾਜ ਜੀ ਦਾ 874 ਅੰਗ ਭਗਤ ਨਾਮਦੇਵ ਜੀ। ਹੁਣ ਉਹ ਪੰਗਤੀ ਹੈ, ਜੇ ਉਹਦੀ ਅਸੀਂ ਵਿਆਖਿਆ ਕਰਨੀ ਹੋਵੇ ਸਾਨੂੰ ਫਿਰ ਦਸਮ ਗ੍ਰੰਥ ਦੀ ਬਾਣੀ ਪੜ੍ਹਨੀ ਪਵੇਗੀ ਹੀ, ਤਾਂ ਉੱਥੇ ਸਾਰੀ ਸਾਖੀ ਜਿਹੜੀ ਆ ਇਹ ਸੁਣਾਈ ਜਾਵੇਗੀ। ਤਾਂ ਕਰਕੇ ਜੋ ਮੂਲ ਰੂਪ ਹੈ ਗੁਰੂ ਗ੍ਰੰਥ ਸਾਹਿਬ ਆਦਿ ਮਹਾਰਾਜ ਜੀ ਹੈ, ਉਹਦਾ ਸਟੀਕ ਰੂਪ ਹੈ ਦਸਮ ਮਹਾਰਾਜ ਜੀ।
ਤੇ ਕਥਾਵਾਚਕ ਜਿਹੜੇ ਨੇ, ਜੇ ਉਹਨਾਂ ਦੀ ਕਥਾ ਤਾਂ ਖੁੱਲੇਗੀ ਦਸਮ ਗ੍ਰੰਥ ਪੜ੍ਹਨਗੇ ਤਾਂ ਕਰਕੇ, ਨਹੀਂ ਕਥਾ ਦੀਆਂ ਉਗਦੀਆਂ ਪਤਾਲ ਭਾਵੇਂ ਮਾਰੀ ਜਾਣ ਪਰ ਕਥਾ ਖੁੱਲ੍ਹਦੀ ਕੋਈ ਨਹੀਂ। ਤੇ ਇਸ ਤੋਂ ਪਹਿਲਾਂ ਵੀ ਇਹ ਗੱਲ ਆ ਵੀ ਭਾਈ ਗੁਰਦਾਸ ਜੀ ਪੜ੍ਹਨੇ ਵੀ ਜ਼ਰੂਰੀ ਨੇ ਗੁਰੂ ਗ੍ਰੰਥ ਸਾਹਿਬ ਪੜ੍ਹਨ ਤੋਂ ਪਹਿਲਾਂ। ਜੇ ਕੁਛ ਕੁ ਬਾਣੀ ਦਾ ਜਾਂ ਇਤਿਹਾਸ ਦਾ ਜੋ ਪੁਰਾਤਨ ਗ੍ਰੰਥਾਂ ਦਾ ਨਿਚੋੜ ਆ ਭਾਈ ਗੁਰਦਾਸ ਸਾਹਿਬ ਜੀ ਤੇ ਦਸਮ ਗ੍ਰੰਥ ਸਾਹਿਬ ਜੀ, ਇਹ ਪੜ੍ਹਨੇ ਅਤੀ ਜ਼ਰੂਰੀ ਨੇ, ਤਾਂ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੋਣਾ। ਸਾਧ ਸੰਗਤ ਜੀ ਇਹ ਬੇਨਤੀਆਂ ਸਨ। ਹਾਂਜੀ, ਸਿਆਣੇ ਜਾਣਦੇ ਨੇ ਸਾਰੇ। ਹਾਂਜੀ, ਚਲੋ ਅੱਗੇ ਸਰਵਣ ਕਰੀਏ ਜੀ। ਦੋਹਰਾ ਪਾਪ ਕਰਿਓ ਬਹੁ ਪੂਤਨਾ, ਜਾ ਸੋ ਨਰਕ ਡਰਾਏ, ਅੰਤ ਕਹਿਓ ਹਰ ਛਾੜਦੈ, ਬਸੀ ਬੈਕੁੰਠ ਜਾਏ। ਇਹ ਫਿਰ ਮਹਾਰਾਜ ਦੇ ਉਹਨੇ ਕਿਹਾ ਨੂੰ ਗਿਆਨ ਹੋ ਗਿਆ ਨਾ, ਕਹਿੰਦੇ ਹਰੀ ਹੈ। ਜਦੋਂ ਸਵਾਸ ਖਿੱਚ ਚਲੇ ਨਾ ਉਹਦੇ, ਹਾਏ ਹਰੀ ਛੱਡ ਦਿਓ, ਹਾਏ ਹਰੀ ਜੀ ਛੱਡ ਦਿਓ। ਹਰੀ ਕਹਿਣ ਨਾਲ ਇਤਨੇ ਹਰ ਹਰ ਕਹਿਣ ਨਾਲ ਨਾ ਹਰ ਹਰ ਕਰਤ ਪੂਤ ਨਾ ਤਰੀ, ਉਦੋਂ ਹੈ ਹਰੀ ਛੱਡ ਦਿਓ, ਹੈ ਹਰੀ ਛੱਡ ਤਕਲੀਫ ਆਈ ਨਾ ਜਦੋਂ ਉਹਦੇ ਸਵਾਸ ਉਹਦੀ ਦੁੱਧੀ ਥਣ ਦੀ ਖਿੱਚਣਾ ਕੀਤੇ, ਪ੍ਰਾਣ ਇਥੋਂ ਦੀ ਖਿੱਚੇ ਤੇ ਉਹਨੂੰ ਤਕਲੀਫ ਆਉਣੀ ਸੀ। ਫਿਰ ਜਿੰਦ ਨਿਮਾਣੀ ਕੱਢੀਏ, ਹੱਡਾਂ ਕੁਕੜਕਾਏ, ਜਿੰਦ ਨਿਕਲਣੀ ਕਿਹੜਾ ਸੌਖੀ ਪਈ ਆ। ਉਦੋਂ ਫਿਰ ਹੈ ਹਰੀ ਜੀ ਛੱਡ ਦਿਓ, ਹੈ ਹਰੀ ਛੱਡ ਦਿਓ। ਜਦੋਂ ਹਰੀ ਹਰੀ ਕਿਹਾ ਨਾ ਤੇ ਉਹ ਹਰੀ ਹਰੀ ਕਹਿਣ ਨਾਲ ਹਰ ਹਰ ਕਰਤ ਪੂਤ ਨਾ ਤਰੀ, ਬਾਲ ਘਾਤ ਨਹੀਂ ਸੀ ਉਹ, ਬਾਲਾਂ ਨੂੰ ਮਾਰਨ ਵਾਲੀ, ਤੇ ਕਪਟ ਭਰੀ ਬਹੁਤ ਕਪਟ ਸੀ। ਤੇ ਪਰ ਹਰ ਹਰ ਕਰਨ ਦੇ ਨਾਲ ਉਹਦੇ ਕਪਟ ਜਿਹੜੇ ਸਾਰੇ ਉਹ ਸਮਾਪਤ ਹੋ ਗਏ। ਦਾ ਭਾਵ ਨਾਮ ਦੀ ਮਹਿਮਾ ਦੱਸਣਾ ਕੀਤੀ ਆ ਜੀ। ਸਵਈਆ ਦੇਹ ਛੇ ਕੋਸ ਪਰਮਾਨ ਭਈ, ਪੁਖ ਰਾਜ ਮੈਂ ਪੇਟ ਮੁਖੋ ਨਲੂਆਰੇ, ਡੰਡ ਦੋ ਕੂਲ ਭਏ ਤਿਹ ਕੇ, ਜਨ ਬਾਰ ਸਿਬਾਲ ਤੇ ਸੇਖ ਪੂਆਰੇ, ਸੀਸ ਸੁਮੇਰ ਕੋ ਸ੍ਰਿੰਗ ਭਇਓ, ਤਿਹ ਆਖਨ ਮੈਂ ਪਰਗੇ ਖਡੂਆਰੇ, ਸਾਹ ਕੇ ਕੋਟ ਮੈਂ ਤੋਪ ਲੱਗੀ, ਬਿਬ ਗੋਲਨ ਕੇ ਹੋਏ ਗਏ ਗਲੂਆਰੇ। ਦੋਹਰਾ ਅਸਥਨ ਮੁਖ ਲੈ ਕ੍ਰਿਸ਼ਨ ਤੇ ਉਪਰ ਸੋਏ ਗਏ। ਕ੍ਰਿਸ਼ਨ ਤੇ ਵਿਸ਼ਰਾਮ ਲਾਓ। ਅਸਥਨ ਮੁਖ ਲੈ ਕ੍ਰਿਸ਼ਨ ਤੇ ਉੱਪਰ ਸੋਏ ਗਏ। ਆਸਥਨ ਮੁਖ ਲੈ ਕ੍ਰਿਸ਼ਨ ਤੇ ਉਪਰ ਸੋਏ ਗਏ, ਧਾਏ ਤਬੈ ਬ੍ਰਿਜ ਲੋਕ ਸਭ ਗੋਦ ਉਠਾਏ ਲਏ। ਦੋਹਰਾ ਕਾਟ ਕਾਟ ਤਨ ਏਕਠੋ, ਕੀਓ ਬਾਤਾ ਕੋ ਢੇਰ, ਦੇ ਈਂਧਨ ਚਹੂ ਔਰ ਤੇ, ਬਾਰਤ ਲੱਗੀ ਨਾ ਬੇਰ। ਸਵਈਆ ਜਬ ਹੀ ਨੰਦ ਆਏ ਹੈ ਗੋਕਲ ਮੈਂ, ਲਈ ਬਾਸ ਸੁਬਾਸ ਮਹਾ ਬਿਸਮਾਨਿਓ, ਲੋਕ ਸਭੈ ਬ੍ਰਿਜ ਕੋ ਬਿਰਤਾਂਤ ਕਹਿਓ, ਸੁਨ ਕੈ ਮਨ ਮੈਂ ਡਰ ਪਾਨਿਓ। ਸਾਜ ਕਹੀ ਬਸ ਦੇ ਵਹਿ ਮੋਹ ਪਹਿ, ਸੋ ਪਰ ਤਛ ਭਈ ਹਮ ਜਾਣਿਓ, ਤਾ ਦਿਨ ਦਾਨ ਅਨੇਕ ਦਿਓ, ਸਭ ਵਿਪਨ ਭੇਦ ਅਸੀਸ ਬਖਾਨਿਓ। ਦੋਹਰਾ ਬਾਲ ਰੂਪ ਹੋਵੇ ਉਤਰਿਓ, ਦਇਆ ਸਿੰਧ ਕਰਤਾਰ, ਪ੍ਰਥਮ ਉਧਾਰੀ ਪੂਤਨਾ, ਭੂਮ ਉਤਾਰਿਓ ਭਾਰ। ਇਤ ਸ੍ਰੀ ਦਸਮ ਸਕੰਦ ਪੁਰਾਣੇ, ਬਚਿੱਤਰ ਨਾਟਕ ਪੂਤਨਾ ਬਦ ਗਿਤਿਆਏ ਸਮਾਪਤੰ। ਅਥ ਨਾਮ ਕਰਨ ਕਥਨੰ। ਦੋਹਰਾ ਬਾਸਦੇਵ ਗਰਗ ਕੋ ਨਿਕਟ ਲੈ ਕਹੀ, ਸੋ ਤਾਹਿ ਸੁਨਾਏ। ਬਾਸਦੇਵ ਗਰਗ ਕੋ ਨਿਕਟ ਲੈ ਤੇ ਵਿਸਰਾਮ ਲਾ ਦੋ। ਬਾਸਦੇਵ ਗਰਗ ਕੋ ਨਿਕਟ ਲੈ ਕਹੀ, ਸੋ ਤਾਹਿ ਸੁਨਾਏ। ਗੋਕਲ ਨੰਦਹ ਕੇ ਭਵਨ, ਕਿਰਪਾ ਕਰੋ ਤੁਮ ਜਾਏ। ਇਹ ਜੋ ਵਾਸਦੇਵ ਜੀ ਨੇ ਕਿਹਾ ਨਾ ਗਰਗ ਨੂੰ, ਵਾਸਦੇਵ ਜੀ ਨੇ ਗਰਗ ਪ੍ਰੋਤ ਨੂੰ ਕੋਲ ਬੁਲਾ ਕੇ ਜੋ ਗੱਲ ਕਹੀ ਆ, ਉਹ ਇਹ ਸੀ ਕਿ ਤੁਸੀਂ ਗੋਕਲ ਵਿੱਚ ਕਿਰਪਾ ਕਰਕੇ ਨੰਦ ਮਹਿਰ, ਮਹਿਰ ਦਾ ਨਾਮ ਮਹਿਰ ਤੋਂ ਵੀ ਭਾਰ ਚੌਧਰੀ ਹੁੰਦਾ, ਤੇ ਘਰ ਜਾਓ, ਉਹਦੇ ਘਰ ਵਿੱਚ ਮੇਰਾ ਪੁੱਤਰ ਹੈ, ਉਹਨੂੰ ਸਮਝਾਤਾ, ਜਾ ਕੇ ਉਹਦਾ ਨਾਮ ਰੱਖੋ, ਨਾਮਕਰਨ ਕਰੋ। ਤੇ ਇਹਨਾਂ ਦਾ ਪ੍ਰੋਤ ਸੀ ਗਰਗ। ਉਹ ਫਿਰ ਉੱਥੋਂ ਗੋਕਲ ਚਾਹੁੰਣਾ, ਵਾਸਦੇਵ ਜੀ ਦੇ ਭੇਜੇ ਹੋਏ ਨੇ, ਉੱਥੇ ਨਾ ਕਰਨਾ। ਤੋਂ ਮੈਂ ਜਿਹੜੀ ਖਾਸ ਗੱਲ ਦੱਸਣੀ, ਇਹ ਜੋ ਗਰਗ ਸੀ ਇਹ ਵਿਥਾਥ ਦਾ ਪੁੱਤਰ ਸੀ।
ਤੇ ਇਹਨੂੰ ਜੋਤਿਸ਼ ਵਿਦਿਆ ਦਾ ਆਚਾਰੀਆ ਮੰਨਿਆ ਗਿਆ ਸੀ ਉਸ ਸਮੇਂ ਵਿੱਚ। ਯਾਦਵਾਂ ਦਾ ਇਹ ਕੁਲ ਗੁਰੂ ਸੀ। ਬਲਰਾਮ ਅਤੇ ਕ੍ਰਿਸ਼ਨ ਦਾ ਜਿਹੜਾ ਨਾਂ ਰੱਖਿਆ, ਨਾਮ ਦਾ ਸੰਸਕਾਰ ਇਸੇ ਗਰਗ ਨੇ ਕੀਤਾ ਸੀ। ਗਰਗ ਪੁਰਾਣਾ ਅਨੁਸਾਰ ਗਰਗ ਨੇ ਸ਼ੇਸ਼ਨਾਗ ਤੋਂ ਵਿੱਦਿਆ ਪੜ੍ਹੀ ਸੀ। ਇਹ ਲਿਖਿਆ ਪੁਰਾਣਾ ਵਿੱਚ ਵੀ ਗਰਗ ਜਿਹੜਾ ਹੈ ਜਿਹਨੇ ਕ੍ਰਿਸ਼ਨ ਦਾ ਨਾਮ ਰੱਖਿਆ ਨਾ, ਇਹਨਾਂ ਦਾ ਪ੍ਰੋਹਤ, ਇਹਨੇ ਜੋ ਵਿੱਦਿਆ ਪੜ੍ਹੀ ਸ਼ੇਸ਼ਨਾਗ ਤੋਂ ਵਿੱਦਿਆ ਪੜ੍ਹੀ ਸੀ। ਤੇ ਯਾਦਵਾਂ ਦਾ ਕੁਲ ਗੁਰੂ ਇਹ ਮੰਨਿਆ ਗਿਆ ਹੈ ਗਰਗ ਜਿਹਨੇ ਨਾਮ ਰੱਖਿਆ। ਹਾਂਜੀ, ਇਹ ਕੁਛ ਬੇਨਤੀਆਂ ਜ਼ਰੂਰੀ ਹੁੰਦੀਆਂ ਨਾਲ ਨਾਲ। ਫਿਰ ਉਤੈ ਤਾਤ ਹਮਰੈ ਤਹਾਂ ਨਾਮ ਕਰਨ ਕਰ ਦੇਹੋ, ਹਮ ਤੁਮ ਬਿਨ ਨਹੀਂ ਜਾਨਹੀ ਔਰ ਸ਼ਰਵਨ ਸੁਨ ਲੇਹੋ। ਸਵਈਆ ਬੇਗ ਚਲਿਓ ਦਿਜ ਗੋਕਲ ਕਉ, ਬਸਦੇਵ ਮਹਾਨ ਕਹੀ ਸੋਈ ਮਾਨੀ। ਨੰਦ ਕੇ ਧਾਮ ਗਇਓ ਤਬ ਹੀ, ਬਹੁ ਆਦਰ ਤਾਹਿ ਕਰਿਓ ਨੰਦ ਰਾਣੀ। ਨਾਮ ਸੋ ਕ੍ਰਿਸ਼ਨ ਕਹਿਓ ਇਹ ਕੋ, ਕਰ ਮਾਨ ਲਈ ਇਹ ਬਾਤ ਬਖਾਨੀ। ਲਾਏ ਲਗਨ ਨਛਤਰਨ ਸੋਧ, ਕਹੀ ਸਮਝਾਏ ਅਕਥ ਕਹਾਣੀ। ਦੋਹਰਾ ਕ੍ਰਿਸ਼ਨ ਨਾਮ ਤਾਕੂ ਧਰਿਓ, ਗਰਗਹਿ ਮਨੈ ਵਿਚਾਰ। ਸਿਆਮ ਪਲੋਟੈ ਪਾਏ ਜਿਹੇ, ਇਹ ਸਮ ਮਨੋ ਮੁਰਾਰ। ਸੁਕਲ ਬਰਨ ਸਤ ਜੁਗ ਭਏ, ਪੀਤ ਬਰਨ ਤ੍ਰੇਤਾਏ। ਪੀਤ ਬਰਨ ਪਟ ਸਿਆਮ ਤਨ, ਨਰ ਨਾਹਨ ਕੇ ਨਾਹੇ। ਹਾਂ, ਦਸਤਾ ਨਾ ਉਹ ਗਰਗ ਦੱਸਣ ਲੱਗਾ, ਇਹ ਭਾਈ ਸਤਜੁਗ ਵਿੱਚ ਚਿੱਟੇ ਸ਼ਸਤਰਾਂ, ਚਿੱਟੇ ਬਸਤਰਾਂ ਵਾਲਾ, ਤੇ ਤ੍ਰੇਤੇ ਵਿੱਚ ਰਾਮ ਅਵਤਾਰ ਹੋਇਆ ਪੀਲੇ ਬਸਤਰਾਂ ਵਾਲਾ, ਤੇ ਹੁਣ ਇਹ ਸ਼ਿਆਮ ਰੰਗ ਸਰੀਰ ਦਾ ਰਾਜਿਆਂ ਦਾ ਮਹਾਰਾਜਾ ਕ੍ਰਿਸ਼ਨ ਅਵਤਾਰ ਹੈ। ਐਂ ਗਰਗ ਨੇ ਦੱਸਣਾ ਕੀਤਾ ਜੀ। ਸਵਈਆ ਅੰਨ ਦਇਓ ਗਰਗੈ ਜਬ ਨੰਦ ਹੈ, ਤੋ ਉਠ ਕੇ ਜਮਨਾ ਤਟ ਆਇਓ। ਨਹਾਏ ਕਟੈ ਕਰ ਕੇ ਧੁਤੀਆ, ਹਰ ਕਉ ਅਰ ਦੇਵਨ ਭੋਗ ਲਗਾਇਓ। ਇਹ ਜਿਵੇਂ ਆਪਾਂ ਨੇ ਸਰਵਣ ਕੀਤਾ ਪਾਠ, ਨਹਾਏ, ਨਹਾ ਕੇ ਤੇ ਫਿਰ ਲੱਕ ਨੂੰ ਧੋਤੀ ਧਾਤੀ ਬੰਨ੍ਹ ਕੇ ਨੇ ਬ੍ਰਾਹਮਣ ਨੇ ਆਪਣਾ ਕਰਮ ਕੀਤਾ। ਜੋ ਨਹਾਏ ਕਟੈ ਕਰਕੇ ਧੁਤੀਆ। ਹਾਂਜੀ, ਨਾਏ ਕਟੈ ਕਰਕੇ ਤੁਤੀਆ, ਹਰ ਕਉ ਅਰ ਦੇਵਨ ਭੋਗ ਲਗਾਇਓ। ਆਏ ਗਏ ਨੰਦ ਲਾਲ ਤਬੈ, ਕਰ ਸੋ ਗਹਿ ਕੈ ਆਪਣੇ ਮੁਖ ਪਾਇਓ। ਵਾਹ ਜੀ ਵਾਹ। ਚਕਰਤ ਹਵੈ ਗਇਓ ਭੇਖ ਤਬੈ, ਦੇਹ ਅੰਨ ਸਬੈ ਨ ਭੀਟ ਗਵਾਇਓ। ਫੇਰ ਵਿਚਾਰ ਕਰਿਓ ਮਨ ਮੈਂ, ਇਹ ਤੋ ਨਹਿ ਬਾਲਕ ਪੈ ਹਰ ਜੀ ਹੈ। ਵਾਹ ਜੀ, ਐਸੀ ਹੋਈ ਇੱਥੇ ਕਲਾ ਥੋੜਾ ਦੱਸਦਿਆਂ। ਜਦੋਂ ਇਸ਼ਨਾਨ ਕਰਕੇ ਲੱਕ ਨਾਲ ਧੋਤੀ ਬੰਨ੍ਹ ਕੇ ਤੇ ਹਰੀ ਜੀ ਦਾ, ਪਰਮੇਸ਼ਰ ਜੀ ਦਾ ਦੇਵਤਿਆਂ ਨੂੰ ਭੋਗ ਲਾਉਣ ਲਈ ਧਿਆਨ ਕੀਤਾ। ਇਹ ਹਰੀ ਜੀ, ਹੇ ਦੇਵਤਿਓ ਭੋਗ ਲਾਓ ਆਣ ਕੇ। ਤੇ ਉਸ ਵੇਲੇ ਜੋ ਹਰੀ ਦਾ ਧਿਆਨ ਕੀਤਾ, ਤੇ ਹਰੀ ਜੀ ਤਾਂ ਕ੍ਰਿਸ਼ਨ ਜੀ ਸਨ, ਹਾਲੇ ਥੋੜ੍ਹੇ ਦਿਨਾਂ ਦੇ ਬਾਲਕ ਸਨ। ਉਸ ਵੇਲੇ ਨੰਦ ਦੇ ਪੁੱਤਰ ਕ੍ਰਿਸ਼ਨ ਜੀ ਆ ਗਏ। ਜਦੋਂ ਅਰਦਾਸ ਕੀਤੀ ਨਾ, ਹੇ ਹਰੀ ਜੀ ਭੋਗ ਲਾਓ, ਤੇ ਕ੍ਰਿਸ਼ਨ ਜੀ ਸੀ ਦਾ ਬਾਲਕ ਹੀ ਉੱਠ ਕੇ ਨਾ ਫਟਾਫਟ ਰੋਟੀ ਦਾ ਟੋਟਾ ਚੁੱਕ ਲਿਆ, ਹੱਥ ਨਾਲ ਆਪਣੇ ਮੂੰਹ ਵਿੱਚ ਪਾ ਲਿਆ, ਖਾਣ ਪੀਣ ਲੱਗ ਗਏ। ਤੇ ਉਹ ਬ੍ਰਾਹਮਣ ਹੈਰਾਨ ਵੀ ਹੋਇਆ, ਰੌਲਾ ਵੀ ਉਹਨੇ ਪਾਇਆ ਵੀ ਇਹ ਤਾਂ ਤੁਹਾਡਾ ਬੱਚਾ ਮੇਰਾ ਜਿਹੜਾ ਪਿੱਟ ਗਿਆ ਪ੍ਰਸ਼ਾਦ, ਇਸੇ ਮੁੰਡੇ ਨੇ ਮੇਰਾ ਸਾਰਾ ਅੰਨ ਪਿੱਟਤਾ, ਜੂਠਾ ਕਰਤਾ। ਤੇ ਇਸ ਤਰ੍ਹਾਂ ਦੀ ਇਹ ਬੜੀ ਲੀਲਾ ਹੋਈ ਸੀ। ਕਈ ਵਾਰੀ ਇਸ ਤਰ੍ਹਾਂ ਦਾ ਹੁੰਦਾ ਰਿਹਾ। ਤੇ ਫਿਰ ਉਹ ਬੱਚੇ ਨੂੰ ਫੜ ਕੇ ਰੱਖਿਆ ਮਾਤਾ ਜੀ ਨੇ। ਇਹਨੂੰ ਬੱਚੇ ਨੇ ਪਕੜੀ ਰੱਖੋ, ਇਹਨੂੰ ਕੀ ਹੋ ਗਿਆ? ਇਹਦਾ ਬੱਚਾ ਉੱਠ ਕੇ ਭੋਗ ਲਵਾ ਉਹ ਜੂਠਾ ਕਰ ਦਿੰਦਾ। ਫਿਰ ਕ੍ਰਿਸ਼ਨ ਜੀ ਬੋਲੇ, ਬੱਚੇ ਸੀ ਇਹਨਾਂ ਨੇ ਛੋਟੀ ਉਮਰ, ਕੁਛ ਦਿਨਾਂ ਦੇ ਹੀ ਸਨ। ਕਹਿੰਦਾ ਮਾਤਾ ਜੀ ਮੇਰਾ ਕੋਈ ਕਸੂਰ ਨਹੀਂ, ਮੈਨੂੰ ਯਾਦ ਕੀਤਾ, ਮੈਂ ਤਾਂ ਆਇਆ। ਫਿਰ ਇੱਕਦਮ ਸਾਰੇ ਹੈਰਾਨ ਹੋ ਗਏ ਤੇ ਉਹਨਾਂ ਦੇ ਮਨ 'ਚ ਭਾਵਨਾ ਪਰਮੇਸ਼ਰ ਜੀ ਵਾਲੀ ਆ ਗਈ ਸੀ। ਨਾਲ ਦਰਸ਼ਨ ਕਰੀ ਚੱਲੇ। ਕੁਛ ਕੁ ਬੇਨਤੀਆਂ ਕਰਨੀਆਂ ਪੈਂਦੀਆਂ, ਜੇ ਕਥਾ ਕਰੀਏ ਤਾਂ ਬੜਾ ਲੰਬੇਰਾ ਸਮਾਂ ਲੱਗੇਗਾ ਜੀ।
ਹਾਂਜੀ। ਫੇਰ ਵਿਚਾਰ ਕਰਿਓ ਮਨ ਮੈਂ, ਦੇਹ ਕੋ ਨਹਿ ਬਾਲਕ ਹੈ, ਬਾਲਕ ਪੈ ਹਰ ਜੀ ਹੈ। ਇਹ ਬਾਲਕ ਨਹੀਂ ਤਾਂ ਹਰ ਜੀ ਆ। ਬ੍ਰਾਹਮਣ ਨੇ ਅਕਤਬਾ ਸਾਰਿਆਂ ਨੇ ਸਮਝ ਲਿਆ। ਹਾਂਜੀ। ਫੇਰ ਵਿਚਾਰ ਕਰਿਓ ਮਨ ਮੈਂ, ਇਹ ਤੂੰ ਨਹਿ ਬਾਲਕ ਪੈ ਹਰ ਜੀ ਹੈ। ਮਾਨਸ ਪੰਚ ਭੂ ਆਤਮ ਕੋ, ਮਿਲ ਕੈ ਤਿਨ ਸੋ ਕਰਤਾ ਸਰ ਜੀ ਹੈ। ਯਾਦ ਕਰੀ ਮਮਤਾ ਇਹ ਕਾਰਨ, ਮਦ ਕੋ ਦੂਰ ਕਰੈ ਕਰ ਜੀ ਹੈ। ਮੂੰਦ ਲਈ ਤਿਹ ਕੀ ਮਤ ਯੋ, ਪਟ ਸੌ ਤਨ ਢਾਂਪਤ ਜੋ ਦਰਜੀ ਹੈ। ਸਵਈਆ ਨੰਦ ਕੁਮਾਰ ਤ੍ਰਿਬਾਰ ਭਇਓ, ਜਬ ਤੋ ਮਨ ਬਾਮਨੈ ਕ੍ਰੋਧ ਕਰਿਓ ਹੈ। ਇਹ ਪਾਠ ਕਰਾਂਗੇ। ਨੰਦ ਕੁਮਾਰ ਤ੍ਰਿਬਾਰ ਭਇਓ, ਜਬ ਤਿੰਨ ਵਾਰੀ ਜਦੋਂ ਇਹ ਕੀਤਾ ਨਾ, ਤਿੰਨ ਵਾਰੀ ਉੱਠ ਕੇ ਆ ਗਏ, ਤਿੰਨੇ ਵਾਰੀ ਅਰਦਾਸ ਕਰੀ, ਤਿੰਨੇ ਵਾਰੀ ਉੱਠ ਕੇ ਆਏ। ਇਹ ਪਾਠ ਕਰਾਂਗੇ। ਨੰਦ ਕੁਮਾਰ ਤ੍ਰਿਬਾਰ ਭਇਓ, ਜਬ ਜੋ ਤਿੰਨ ਪ੍ਰਕਾਰ ਤਿੰਨ ਵਾਰੀ ਐਸਾ ਹੋਇਆ, ਉਹ ਬਾਲਕ ਉੱਠ ਕੇ ਆ ਜਾ ਕਰਨ। फिर याद रखो, नंद कुमार तृबार भयो जब, तो मन बम ने क्रोध कहो, बम ने गुस्से हो गया, ये छोटा बच्चा मेरी रोटी पिट दी ने, मेरा थाल ही खराब कर दिता है। फिर माता खिजी, जसदा माता जी, तो उन्होंने अपने हिरदे नाल ला लिया, घुट के जफ्फी नाल, हुण नहीं मैं छड्डदी, बामण जी हुण लाओ तो भोग पंडित जी। फिर भगवान जी फिर उठ गए, कहते माता मेरा कोई दोष नहीं है, मैनू याद किया, मैं तां आया। ऐसी ऐसी लीला इन्हू कहते बाल लीला कृष्ण जी की। हाँ जी। नंद कुमार त्रिबार भयो जब, तो मन बामन क्रोध करियो है। मात खिजी जसदा हर को, गह कै उरे आपने लाए धरियो है। मात खिजी जसदा विश्राम ला के थे, जमक मात खिजी जसदा हर को गह कै और आपने लाए तरियो है। जसदा माता खिज गई तो कृष्ण जी नू बालक नू अपने लाल जी नू अपनी छाती नाल ला लिया कुट के, भी बामण जी हुण लाओ तुसीं, चलो जी। फिर मात खिजी जसदा हर को गह कै और आपने लाए धरियो है। बोल उठे भगवान तब, यह दोष न है मोहे याद करियो है। इदां ना है, नहीं दोष ना है। बोल उठे भगवान तब, यह दोष ना है मोहे याद करो है। हे मां मेरा दोष नहीं, मैनू याद किया ना, मैं तां आया। हाँ जी। बोल उठे भगवान तब, यह दोष ना है मोहे याद करियो है। पंडित जान लई मन मैं, उठ कै तिह के तब पाए परियो है। दोहरा नंद दानता कौ दयो, कह लो कहो सुनाए। गर्ग अपने घर चलियो, महाप्रमोद मन पाए। इत श्री विचित्र नाटक ग्रंथे, नाम कर्ण वर्णनं। सवैया बालक रूप धरे हर जी, पलना पर झूलत है तब कैसे। मात लडावत है तिह कौ, यो चुलावत है कर मोहित कैसे। ता शब की उपमा अत ही, कब श्याम कही मुख ते फोन ऐसे। भूम दुखी मन में अत ही, जन पालत है रिप दैतन जैसे। भूख लगी जब ही हर को, ताब पै जसदा थन को तिह चाहेओ। मात उठी ना भयो मन क्रोध, तबै पग सो मह गूढ़ कै बाहेओ। तेल धरियो अर घीओ भरियो, छुट भूम भरियो जस श्याम सराहियो। होत कोलाहल मदपुरी, धरनी गो मनो सब शोक सो लाहियो। धाए गए ब्रज लोक सबै, हर जी तिन अपने कंठ लगाए। और सबै ब्रज लोक बधु मिल, भांतन भांतन मंगल गाए। भूम हली नभ यो एह कौतक, बारन भेद यो भाख सुनाए। चक्रत बात भये सुन कै, अपने मन में तिन साच ना लाए।
ਸਵਈਆ ਕਾਨਹ ਕੇਸਰ ਸਾਥ ਸੁਹਾਏ ਕੈ ਔਰ ਸਭੈ ਤਿਨ ਅੰਗਨ ਸੋ ਅਰ ਲੋਕ ਬੁਲਾਏ ਸਭੈ ਬ੍ਰਿਜ ਕੀ ਬਹੁ ਦਾਨ ਦਇਓ ਤਿਨ ਮੰਗਨ ਕੋ ਅਰ ਦਾਨ ਦਇਓ ਸਭ ਹੀ ਗ੍ਰਹਿ ਕੋ ਕਰ ਕੈ ਪਟ ਰੰਗਨ ਰੰਗਨ ਕੋ ਇਹ ਸਾਜ ਬਨਾਏ ਦਇਓ ਤਿਨ ਕਉ ਅਰ ਔਰ ਦਇਓ ਦੁਖ ਭੰਗਨ ਕੋ ਕਾਂਸ ਬਾਚ ਤ੍ਰਿਣਾ ਵਰਤ ਸੋ ਅੜਿਲ ਜਬੈ ਪੂਤਨਾ ਹਨੀ ਸੁਨੀ ਗੋਕਲ ਬਿਖੈ ਤ੍ਰਿਣਾ ਵਰਤ ਸੋ ਕਹਿਓ ਜਾਹੁ ਤਾਕੂ ਤਿਖੈ ਨੰਦ ਬਾਲ ਕੋ ਮਾਰੋ ਐਸੇ ਪਟਕ ਕੈ ਹੋ ਪਾਥਰ ਜਾਨ ਚਲਾਈਐ ਕਰ ਸੋ ਝਟਕ ਕੈ ਸਵਈਆ ਕੰਸਹ ਕੈ ਤਸਲੀਮ ਚੱਲਿਓ ਹੈ ਤ੍ਰਿਣਾ ਵਰਤ ਸੀਗਰ ਦੈ ਗੋਕਲ ਆਇਓ ਬੌਡਰ ਕੋ ਤਬ ਰੂਪ ਧਰਿਓ ਧਰਨੀ ਪਰ ਕੈ ਬਲ ਪਉਨ ਬਹਾਇਓ ਆਗਮ ਜਾਨ ਕੈ ਭਾਰੀ ਭਇਓ ਹਰ ਮਾਰ ਤਬੈ ਵਹਿ ਭੂਮ ਪਰਾਇਓ ਪੂਰ ਭਏ ਦ੍ਰਿਗ ਮੂੰਦ ਕੈ ਲੋਕਨ ਲੈ ਹਰ ਕੋ ਨਭ ਕੇ ਮਗ ਧਾਇਓ ਜੋ ਹਰ ਜੀ ਨਭ ਬੀਚ ਗਇਓ ਕਰ ਤਉ ਆਪਣੇ ਬਲ ਕੋ ਤਨ ਚੱਟਾ ਰੂਪ ਭਿਆਨਕ ਕੋ ਧਰ ਕੈ ਮਿਲ ਜੁਧ ਕਰਿਓ ਤਬ ਰਾਸ਼ਸ ਫਟਾ ਫੇਰ ਸੰਭਾਰ ਦਸੋ ਨਖ ਆਪਨੇ ਕੈ ਕੈ ਤੁਰਾ ਸਿਰ ਸਤਰ ਕੋ ਕਟਾ ਰੁੰਡ ਗਿਰਿਓ ਜਿਨ ਪੀੜ ਗਿਰਿਓ ਜਨ ਰੁੰਡ ਗਿਰਿਓ ਜਨ ਪੇੜ ਗਿਰਿਓ ਐਮ ਮੁੰਡ ਪਰਿਓ ਜਨ ਡਾਰ ਤੇ ਖੱਟਾ ਇਤ ਸ੍ਰੀ ਬਚਿੱਤਰ ਨਾਟਕੇ ਗ੍ਰੰਥੇ ਕ੍ਰਿਸ਼ਨਾਵਤਾਰੇ ਤ੍ਰਿਣਾ ਵਰਤ ਬਧ ਹੈ। ਹਾਂਜੀ, ਇੱਥੇ ਆਪਾਂ ਨੇ ਦਰਸ਼ਨਦਾਰੇ ਕੀਤੇ ਨੇ, ਬਾਣੀ ਸਰਵਣ ਕੀਤੀ ਆ, ਪੜ੍ਹੀ ਆ। ਪਹਿਲਾਂ ਪੂਤਨਾ ਜੋ ਭੇਜੀ ਆ ਉਹਦਾ ਉਧਾਰ ਕੀਤਾ ਹੈ। ਫਿਰ ਦੂਸਰੇ ਨੰਬਰ ਤੇ ਤ੍ਰਿਣਾਵਰਤ ਦੈਤ ਨੂੰ ਭੇਜਣਾ ਕੀਤਾ। ਉਹ ਤ੍ਰਿਣਾਵਰਤ ਦੈਤ ਜੋ ਬਾਰਡਰ ਕਹਿੰਦੇ ਵਾਬ ਰੋਲੇ ਨੂੰ, ਵਾਬ ਰੋਲਾ ਹੁੰਦਾ ਨਾ, ਭਗੂਲਾ ਵੀ ਕਹਿੰਦੇ ਕਿ ਉਹਨੂੰ ਇਲਾਕਿਆਂ ਦੀ ਬਾਣੀ ਆਪਣੇ ਬੋਲੀ ਹੁੰਦੀ ਆ। ਸਾਡੇ ਮਾਲਵੇ 'ਚ ਵਾਬ ਰੋਲਾ ਕਹਿੰਦੇ ਆ ਤੇ ਕਿਤੇ ਭਗੂਲਾ ਵੀ ਕਹਿੰਦੇ। ਇੱਥੇ ਬਾਰਡਰ ਜੋ ਲਿਖਿਆ ਹੈ ਤੇ ਉਹ ਵਾਬ ਰੋਲਾ ਬਣ ਕੇ ਆਇਆ। ਕ੍ਰਿਸਚੀਅਨ ਬੱਚੇ ਖੇਡਦੇ ਸਨ, ਬਾਲ ਲੀਲਾ ਚੱਲ ਰਹੀ, ਬੱਚਿਆਂ ਨਾਲ ਰਲ ਕੇ ਖੇਡਦੇ ਸਨ। ਚੱਕ ਕੇ ਲੈ ਗਿਆ ਤਾਂ ਉਡਾ ਤੇ ਕ੍ਰਿਸ਼ਨ ਜੀ ਫਿਰ ਜਦੋਂ ਤਾਂ ਉੱਡ ਗਏ ਨੇ, ਜੋ ਚੱਕ ਕੇ ਲੈ ਗਿਆ। ਫਿਰ ਉਹਨੇ ਉਹ ਆਪਣਾ ਰੂਪ ਧਾਰਨ ਕਰ ਲਿਆ ਅਸਲੀ ਵਾਬ ਰੋਲੇ ਤੋਂ ਰਾਕਸ਼। ਤਾਂ ਕ੍ਰਿਸ਼ਨ ਜੀ ਨੇ ਉੱਥੇ ਉਹਨੂੰ ਨਾ ਆਪਣੇ ਨੋਹਾਂ ਨਾਲ ਹੀ ਪਾੜ ਦਿੱਤਾ, ਉਹਨੂੰ ਮਾਰਤਾ ਅਥਵਾ ਉਹਦਾ ਉਧਾਰ ਕਰਤਾ। ਤੋ ਇੱਥੇ ਇਤਿਹਾਸ ਹੈ ਇਤ ਸ੍ਰੀ ਬਚਿੱਤਰ ਨਾਟਕੇ ਗ੍ਰੰਥੇ ਕ੍ਰਿਸ਼ਨਾਵਤਾਰੇ ਤ੍ਰਿਣਾਵਰਤ ਬਧ। ਤ੍ਰਿਣਾਵਰਤ ਜੋ ਵਾਬ ਰੋਲੇ ਦਾ ਰੂਪ ਧਾਰਨ ਕਰਕੇ ਆਇਆ ਸੀ ਉਹਨੂੰ ਮਾਰ ਦਿੱਤਾ ਹੈ। ਇੱਥੇ ਹੀ ਇਤਿਹਾਸ ਦੀ ਸਮਾਪਤੀ ਹੈ ਅਤੇ ਆਪਾਂ ਇੱਥੇ ਹੀ ਜਿਹੜਾ ਆਪਣਾ ਪਾਠ ਵੀ ਸੰਕੋਚਾਂਗੇ। ਆਪਣਾ ਸਮਾਂ ਹੋ ਗਿਆ ਹੈ। ਆ ਫੇਰ ਪਿਛਲੀਆਂ ਪੰਕਤੀਆਂ ਪੜ੍ਹੀਏ ਜੀ। ਫੇਰ ਸੰਭਾਰ ਦਸੋ ਨਖ ਆਪਨੇ ਕੈ ਕੈ ਤੁਰਾ ਸਿਰ ਸਤਰ ਕੋ ਕੱਟਾ ਰੁੰਡ ਗਿਰਿਓ ਜਨ ਪੇੜ ਗਿਰਿਓ ਐਮ ਮੁੰਡ ਪਰਿਓ ਜਨ ਡਾਰ ਤੇ ਖੱਟਾ। ਇਤ ਸ੍ਰੀ ਬਚਿੱਤਰ ਨਾਟਕੇ ਗ੍ਰੰਥੇ ਕ੍ਰਿਸ਼ਨਾਵਤਾਰੇ ਤ੍ਰਿਣਾਵਰਤ ਬਧ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।